ਦਾ ਪਹਿਲਾ ਅਧਿਆਇ ਸੰਖਿਆਵਾਂ ਪੜ੍ਹਾਂਗੇ। ਕੋਈ ਵੀ ਅਧਿਆਇ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਅਧਿਆਇ ਖਤਮ ਕਰਨ ਤੋਂ ਬਾਅਦ ਅਸੀਂ ਇਸ ਅਧਿਆਇ ਵਿੱਚੋਂ ਕੀ ਸਿੱਖਿਆ, ਜਿਸ ਨੂੰ ਉਦੇਸ਼ ਕਹਿੰਦੇ ਹਨ। ਸੋ ਇਸ ਅਧਿਆਇ ਦੇ ਪਹਿਲੇ ਅਧਿਆਇ ਦੇ ਜਿਹਦਾ ਨਾਮ ਸੰਖਿਆਵਾਂ ਹੈ, ਇਸ ਦੇ ਉਦੇਸ਼ ਹਨ 1 ਲੱਖ ਤੱਕ ਦੀਆਂ ਸੰਖਿਆਵਾਂ ਨੂੰ ਪੜ੍ਹਨਾ, ਲਿਖਣਾ ਅਤੇ ਸਮਝਣਾ, ਰੋਜ਼ਾਨਾ ਜ਼ਿੰਦਗੀ ਦੀਆਂ ਕਿਰਿਆਵਾਂ ਜਿਵੇਂ ਲੈਣ ਦੇਣ, ਵੰਡ, ਬੈਂਕਿੰਗ ਅਤੇ ਖਰੀਦ ਵੇਚ ਆਦਿ ਵਿੱਚ ਸਿੱਖਿਆਵਾਂ ਦੀ ਵਰਤੋਂ ਬਾਰੇ ਜਾਣਕਾਰੀ ਦੇਣਾ, ਵਿਦਿਆਰਥੀਆਂ ਨੂੰ ਸਥਾਨਿਕ ਮੁੱਲ, ਅੰਕਿਤ ਮੁੱਲ ਬਾਰੇ ਜਾਣਕਾਰੀ ਦੇਣਾ, ਸੰਖਿਆਵਾਂ ਦੇ ਅਗੇਤਰ ਪਛੇਤਰ, ਵਾਧੇ ਅਤੇ ਘਟਦੇ ਕ੍ਰਮ ਅਤੇ ਤੁਲਨਾ ਬਾਰੇ ਜਾਣਕਾਰੀ ਦੇਣਾ। 5ਵਾਂ, ਵੱਖ-ਵੱਖ ਅੰਕਾਂ ਦੀ ਮਦਦ ਨਾਲ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਬਣਾਉਣਾ। ਇਹ 5 ਉਦੇਸ਼ ਉਹ ਹਨ ਜੋ ਇਸ ਵਿੱਚ ਲਿਖੇ ਹਨ, ਪਰੰਤੂ ਸੰਖਿਆਵਾਂ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ। ਹਰ ਪਗ ਤੇ ਸਾਨੂੰ ਸੰਖਿਆਵਾਂ ਦੀ ਲੋੜ ਪੈਂਦੀ ਹੈ। ਕਿਸੇ ਵੀ ਪੜਾਅ ਦੇ ਵਿੱਚ ਬਿਨਾਂ ਸੰਖਿਆਵਾਂ ਤੋਂ ਕੰਮ ਨਹੀਂ ਕੀਤਾ ਜਾ ਸਕਦਾ। ਆਪਾਂ ਅੱਗੇ ਚੱਲਦੇ ਹਾਂ। ਪਿਛਲੀ ਜਮਾਤ ਵਿੱਚ ਆਪਾਂ 1 ਤੋਂ ਲੈ ਕੇ 10,000 ਤੱਕ ਦੀਆਂ ਸੰਖਿਆਵਾਂ ਪੜ੍ਹੀਆਂ ਸਨ। ਜਿਸ ਨੂੰ ਆਪਾਂ ਸਿੱਖਿਆ ਸੀ। ਪਿਛਲੀ ਜਮਾਤ ਵਿੱਚ ਆਪਾਂ 1 ਤੋਂ ਲੈ ਕੇ 10,000 ਤੱਕ ਸੰਖਿਆਵਾਂ ਨੂੰ ਪੜ੍ਹਨਾ, ਲਿਖਣਾ ਤੇ ਜੀਵਨ ਦੇ ਵੱਖ-ਵੱਖ ਲੈਣ ਦੇਣ ਆਦਿ ਵਿੱਚ ਇਹਨਾਂ ਦੀ ਵਰਤੋਂ ਕਰਨੀ ਸਿੱਖੀ ਸੀ। ਸੋ ਆਪਾਂ ਪਹਿਲੀ ਗਤੀਵਿਧੀ ਦੇਖਦੇ ਹਾਂ। ਗਤੀਵਿਧੀ ਨੂੰ ਆਪਾਂ ਇੱਕ ਉਦਾਹਰਣ ਮੰਨਦੇ ਹਾਂ। ਬੱਚਿਓ, ਖਾਲਸਾ ਪੰਥ ਦੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤੀ ਸੀ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਕਿਸ ਸਾਲ ਵਿੱਚ ਕੀਤੀ ਸੀ? ਆਪਾਂ ਸਾਰਿਆਂ ਨੂੰ ਪਤਾ ਹੈ 1699 ਈਸਵੀ ਵਿੱਚ। ਸੋ 1699 ਈਸਵੀ ਦਾ ਮਤਲਬ ਹੈ ਕਿ 1699 ਈਸਵੀ ਦੇ ਵਿੱਚ ਇਹ ਜੋ ਸਥਾਪਨਾ ਸੀ ਇਹ ਕੀਤੀ ਸੀ। ਸੋ ਉਸ ਮਹਾਨ ਦਿਨ ਨੂੰ ਯਾਦ ਰੱਖਣ ਦਾ ਤਰੀਕਾ ਸਾਡੇ ਕੋਲ ਕੀ ਹੋਇਆ? ਉਸ ਦਿਨ ਦੀ ਤਰੀਕ ਜਾਂ ਸਨ। ਤਰੀਕ ਹੈ 13 ਅਪ੍ਰੈਲ 1699। ਸੋ ਇਹ ਉਦਾਹਰਨ ਦਾ ਮਤਲਬ ਇਹ ਹੈ ਵੀ ਇਸ ਵਿੱਚ ਕਿਸੇ ਵੀ ਤਰੀਕ ਨੂੰ ਯਾਦ ਰੱਖਣ ਲਈ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਪਈ? ਸਾਨੂੰ ਜ਼ਰੂਰਤ ਪਈ ਸੰਖਿਆ ਦੀ। ਸਾਨੂੰ ਜ਼ਰੂਰਤ ਪਈ ਸਾਲ ਦੀ, ਜੋ ਕਿ ਸੰਖਿਆ ਦੇ ਰੂਪ ਵਿੱਚ ਹੈ। ਸਾਨੂੰ ਜ਼ਰੂਰਤ ਪਈ ਮਹੀਨੇ ਦੀ। ਇਸ ਨੂੰ ਵੀ ਆਪਾਂ ਚੌਥਾ ਮਹੀਨਾ, ਯਾਨੀ ਦੂਜਾ ਤਰੀਕਾ ਕੀ ਹੋਇਆ ਇਸ ਨੂੰ ਲਿਖਣ ਦਾ? 13/4/1699। ਸੋ ਸਾਰੀ ਸੰਖਿਆ ਨੂੰ ਆਪਾਂ ਤਰੀਕ ਨੂੰ ਆਪਾਂ ਸੰਖਿਆ ਦੇ ਰੂਪ ਵਿੱਚ ਲਿਖਿਆ ਹੈ। ਆਪਾਂ ਅੱਗੇ ਚੱਲਦੇ ਹਾਂ। ਵਰਤਮਾਨ ਕਾਲ ਵਿੱਚ ਵਰਤਮਾਨ ਸਾਲ ਨੂੰ ਅੰਕਾਂ ਵਿੱਚ ਕਿਵੇਂ ਲਿਖਾਂਗੇ? ਹੁਣ 2020 ਚੱਲ ਰਿਹਾ ਹੈ, ਤਾਂ 2020 ਨੂੰ ਲਿਖਣ ਦਾ ਤਰੀਕਾ ਕੀ ਹੈ? 2020 2020। ਸੋ 2020
ਇਸੇ ਤਰ੍ਹਾਂ ਹੀ ਆਪਾਂ ਨੀਚੇ ਦਿੱਤੀਆਂ ਸੰਖਿਆਵਾਂ ਨੂੰ ਪੜ੍ਹਨਾ ਅਤੇ ਲਿਖਣਾ ਸਿੱਖਾਂਗੇ। ਆਓ ਹੁਣ ਆਪਾਂ ਕੁਝ ਪ੍ਰਸ਼ਨ ਕਰਦੇ ਹਾਂ। ਉਦਾਹਰਨਾਂ। ਪਹਿਲਾ ਪ੍ਰਸ਼ਨ ਹੈ 9 6 8। ਹੇਠ ਲਿਖੀਆਂ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖਣਾ ਹੈ। 9 6 8 ਇਸ ਨੂੰ ਆਪਾਂ ਲਿਖਾਂਗੇ 968। ਇੱਕ ਚੀਜ਼ ਤੁਸੀਂ ਧਿਆਨ ਵਿੱਚ ਰੱਖਣੀ ਹੈ ਕਿ ਜਦੋਂ ਤੁਸੀਂ ਕਿਸੇ ਵੀ ਰਕਮ ਦੀ ਸ਼ੁਰੂਆਤ ਕਰਨੀ ਹੈ ਤਾਂ ਉਸ ਪਹਿਲੀ ਰਕਮ ਨਾਲ ਕਰਨੀ ਹੈ। ਕਿਹੜੀ ਰਕਮ ਨਾਲ? ਪਹਿਲੀ ਰਕਮ ਨਾਲ। ਹਜੇ ਆਪਾਂ 1 ਲੱਖ ਤੱਕ ਦੀਆਂ ਸੰਖਿਆਵਾਂ ਪੜ੍ਹ ਰਹੇ ਹਾਂ, ਇਸ ਲਈ ਆਪਾਂ ਪਹਿਲੀ ਰਕਮ ਤੋਂ ਸ਼ੁਰੂਆਤ ਕਰਨੀ ਹੈ। ਜਿਵੇਂ ਜਿਵੇਂ ਆਪਾਂ ਅੱਗੇ ਪੜਾਂਗੇ ਉਸ ਤਰ੍ਹਾਂ ਆਪਾਂ ਸਿੱਖਾਂਗੇ ਕਿ ਕਿਸ ਤਰ੍ਹਾਂ ਸ਼ੁਰੂਆਤ ਹੋ ਸਕਦੀ ਹੈ। ਸੋ ਪਹਿਲੇ ਸਵਾਲ ਵਿੱਚ ਪਹਿਲੀ ਰਕਮ ਕੀ ਹੈ? 9। ਉਸ ਤੋਂ ਬਾਅਦ ਆਪਾਂ ਇਹ ਦੇਖਣਾ ਹੈ ਵੀ ਕਿੰਨੇ ਸੈਂਕੜੇ ਤੇ ਜਾਂ ਕਿੰਨੇ ਇਕਾਈਆਂ ਤੇ ਉਹ ਅਗਲੀਆਂ ਰਕਮਾਂ ਆਉਂਦੀਆਂ ਹਨ। ਤਾਂ ਕਿੰਨੀਆਂ ਰਕਮਾਂ ਨੇ? 9 ਤੋਂ ਬਾਅਦ ਕਿੰਨੀਆਂ ਰਕਮਾਂ ਹਨ? 2। ਤਾਂ ਆਪਾਂ 2 ਜ਼ੀਰੋਆਂ ਲਗਾ ਲਵਾਂਗੇ। ਇੱਕ ਚੀਜ਼ ਤੁਸੀਂ ਹੋਰ ਧਿਆਨ ਰੱਖਣੀ ਹੈ, ਅਖੀਰ ਵਾਲੀਆਂ ਦੋ ਸੰਖਿਆਵਾਂ ਨੂੰ ਤੁਸੀਂ ਇਕੱਠਾ ਲਿਖਣਾ ਹੈ। ਅਖੀਰ ਵਾਲੀਆਂ ਦੋ ਸੰਖਿਆਵਾਂ ਨੂੰ ਇਕੱਠਾ ਲਿਖਣਾ ਹੈ। ਚਲੋ ਆਪਾਂ ਸ਼ੁਰੂਆਤ ਕਰਦੇ ਹਾਂ ਜਿਸ ਤਰੀਕੇ ਨਾਲ ਆਪਾਂ ਨੇ ਸਿੱਖਿਆ ਹੈ। ਪਹਿਲੀ ਰਕਮ 9, ਜਿੰਨੇ ਅੱਖਰ ਹਨ ਓਨੀਆਂ ਜ਼ੀਰੋਆਂ, ਇਹ ਬਣ ਗਿਆ 900। ਪਿਛਲੀਆਂ ਦੋ ਰਕਮਾਂ ਨੂੰ ਆਪਾਂ ਇਕੱਠਾ ਲਿਖਣਾ ਹੈ। ਪੂਰੀ ਰਕਮ ਕਿਸ ਤਰ੍ਹਾਂ ਬਣਦੀ ਹੈ? 900 ਅਤੇ 68 ਰੁਪਏ। 968। ਇਸੇ ਤਰ੍ਹਾਂ ਹੀ ਆਪਾਂ ਅਗਲੀ ਰਕਮ ਦੇਖਦੇ ਹਾਂ 6। ਅਗਲੇ ਪ੍ਰਸ਼ਨ ਵਿੱਚ ਜੋ ਰਕਮ ਹੈ ਉਹ ਹੈ 6। 6 ਤੋਂ ਬਾਅਦ ਜਿੰਨੀਆਂ ਰਕਮਾਂ ਹਨ ਆਪਾਂ ਓਨੀਆਂ ਜ਼ੀਰੋ ਲਗਾ ਦੇਣੀਆਂ ਹਨ। ਕੀ ਬਣ ਗਿਆ? 6000। 6000 ਉਸ ਤੋਂ ਬਾਅਦ ਰਕਮ 9 ਆਉਂਦੀ ਹੈ। 9 ਤੋਂ ਬਾਅਦ ਕਿੰਨੀਆਂ ਰਕਮਾਂ ਹਨ? 2। ਅਖੀਰ ਵਾਲੀਆਂ ਰਕਮਾਂ ਜੋ ਆਪਾਂ ਪਹਿਲਾਂ ਸਿੱਖਿਆ ਹੈ ਕਿ ਇਕੱਠੀਆਂ ਲਿਖਣੀਆਂ ਹਨ। ਇਹ ਰਕਮ ਬਣਦੀ ਹੈ 6900 ਅਤੇ 8 ਰੁਪਏ। 6900 ਅਤੇ 8 ਰੁਪਏ। ਇਸੇ ਤਰ੍ਹਾਂ ਹੀ ਆਪਾਂ ਅਗਲਾ ਸਵਾਲ ਦੇਖਦੇ ਹਾਂ। ਪਹਿਲੀ ਰਕਮ ਕਿਹੜੀ ਹੈ? 1। ਅਤੇ ਅਗਲੀ ਰਕਮ ਜੋ ਹੈ 1 ਦੇ ਨਾਲ ਕਿੰਨੀਆਂ ਰਕਮਾਂ ਹਨ? 3। ਤਾਂ ਆਪਾਂ ਕਿੰਨੀਆਂ ਜ਼ੀਰੋ ਲਗਾਉਣੀਆਂ ਹਨ? 3। 1 2 ਅਤੇ 3। ਉਸ ਤੋਂ ਬਾਅਦ ਰਕਮ ਹੈ 3। 3 ਦੇ ਨਾਲ ਕਿੰਨੀਆਂ ਰਕਮਾਂ ਹਨ? 2। ਤੇ ਆਪਾਂ 2 ਹੀ ਜ਼ੀਰੋ ਲਗਾਵਾਂਗੇ। ਆਪਾਂ ਸਿੱਖਿਆ ਹੈ ਕਿ ਅਖੀਰ ਵਾਲੀਆਂ ਦੋ ਰਕਮਾਂ ਨੂੰ ਇਕੱਠਾ ਲਿਖਣਾ ਹੈ। ਇਹ ਰਕਮ ਬਣਦੀ ਹੈ 1300 ਅਤੇ 28 ਰੁਪਏ। 1300, 1000, 300 ਅਤੇ 28 रुपए।
1328। ਸੋ ਇਸ ਵਿੱਚ ਆਪਾਂ ਇਹ ਸਿੱਖਿਆ ਹੈ ਕਿ ਪਹਿਲੀ ਰਕਮ ਦੇ ਨਾਲ ਜਿੰਨੀਆਂ ਰਕਮਾਂ ਹਨ ਓਨੀਆਂ ਜ਼ੀਰੋ ਅਤੇ ਅਖੀਰ ਵਾਲੀਆਂ ਦੋ ਰਕਮਾਂ ਇਕੱਠੀਆਂ ਲਿਖਣੀਆਂ ਹਨ। ਇਸੇ ਤਰ੍ਹਾਂ ਹੀ ਆਪਾਂ ਅਗਲਾ ਸਵਾਲ ਦੇਖਾਂਗੇ ਜੋ ਹੈ ਪਹਿਲੀ ਰਕਮ 9, ਕਿੰਨੀਆਂ ਜ਼ੀਰੋ ਹਨ 3, ਕਿੰਨੀਆਂ ਰਕਮਾਂ ਹਨ 3, ਜਿੰਨੀਆਂ ਰਕਮਾਂ ਓਨੀਆਂ ਜ਼ੀਰੋ। ਉਸ ਤੋਂ ਬਾਅਦ ਬਾਕੀ ਜ਼ੀਰੋ ਹਨ ਤੇ ਅਖੀਰ ਵਿੱਚ ਜੋ ਦੋ ਰਕਮਾਂ ਹਨ ਉਹ 2 ਹਨ। ਇਸ ਨੂੰ ਆਪਾਂ ਬੜੇ ਹੀ ਆਸਾਨੀ ਨਾਲ ਪੜ੍ਹ ਵੀ ਸਕਦੇ ਹਾਂ ਸ਼ਬਦਾਂ ਵਿੱਚ ਅਤੇ ਲਿਖ ਵੀ ਸਕਦੇ ਹਾਂ। 9000 ਅਤੇ 2 ਰੁਪਏ, ਬੜਾ ਹੀ ਆਸਾਨ ਸ਼ਬਦਾਂ ਦੇ ਵਿੱਚ ਇਹ ਉੱਤਰ ਸਾਨੂੰ ਆਇਆ ਹੈ। ਅਗਲੇ ਪ੍ਰਸ਼ਨ ਦੇ ਵਿੱਚ ਆਪਾਂ ਦੇਖਦੇ ਹਾਂ 9 9 9 9। ਪਹਿਲੀ ਰਕਮ ਆਪਾਂ ਉਸੇ ਅਸੂਲ ਦੇ ਨਾਲ ਚੱਲਾਂਗੇ। ਪਹਿਲੀ ਰਕਮ ਦੇ ਨਾਲ ਜਿੰਨੀਆਂ ਰਕਮਾਂ ਹਨ ਓਨੀਆਂ ਜ਼ੀਰੋ। ਉਸ ਤੋਂ ਬਾਅਦ ਰਕਮ ਹੈ 9, ਫਿਰ ਓਨੀਆਂ ਜ਼ੀਰੋ। ਅਖੀਰਲੀਆਂ ਦੋ ਰਕਮਾਂ ਆਪਾਂ ਇਕੱਠੀਆਂ ਲਿਖਣੀਆਂ ਹਨ, ਯਾਨੀ ਕਿ 99। ਤਾਂ ਉੱਤਰ ਜੋ ਆਪਣੇ ਕੋਲ ਬਣ ਕੇ ਆਇਆ ਹੈ ਉਹ ਹੈ 9900 ਅਤੇ 99 ਰੁਪਏ। 9900 ਅਤੇ 99 ਰੁਪਏ। ਸੋ ਬੜਾ ਹੀ ਆਸਾਨੀ ਨਾਲ ਆਪਾਂ ਇਸ ਪ੍ਰਸ਼ਨ ਨੂੰ ਹੱਲ ਕਰ ਸਕਦੇ ਹਾਂ। ਹੇਠ ਲਿਖੀਆਂ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖਣਾ ਸੀ। ਸ਼ਬਦਾਂ ਵਿੱਚ ਕਿਵੇਂ ਲਿਖਾਂਗੇ? ਪਹਿਲਾਂ 9900 ਅਤੇ 99 ਰੁਪਏ। ਸੋ ਇਸੇ ਤਰ੍ਹਾਂ ਹੀ ਸਾਡੇ ਪ੍ਰਸ਼ਨ ਜੋ ਹਨ ਉਹ ਬੜੇ ਹੀ ਆਸਾਨੀ ਨਾਲ ਹੱਲ ਹੋ ਜਾਂਦੇ ਹਨ। ਹੁਣ ਪਹਿਲੇ ਸਵਾਲਾਂ ਦਾ ਆਪਾਂ ਉਲਟਾ ਕਰਨਾ ਹੈ। ਪਹਿਲੇ ਸਵਾਲ ਦਾ ਉਲਟਾ। ਦੂਸਰਾ ਜੋ ਪ੍ਰਸ਼ਨ ਹੈ, ਹੇਠ ਲਿਖੀਆਂ ਸੰਖਿਆਵਾਂ ਨੂੰ ਅੰਕਾਂ ਵਿੱਚ ਲਿਖੋ। ਦੇਖੋ ਪਹਿਲੀ ਰਕਮ ਇੱਥੇ ਕੀ ਹੈ 6, ਆਪਾਂ ਲਿਖਿਆ 6। ਉਸ ਤੋਂ ਬਾਅਦ ਇਕਾਈ, ਦਹਾਈ, ਸੈਂਕੜਾ ਜਿੰਨਾ ਵੀ ਉਸਨੇ ਬੋਲਿਆ ਹੋਵੇਗਾ 600। ਜੇ ਤਾਂ ਅਖੀਰਲੀ ਰਕਮ ਦੋ ਸ਼ਬਦਾਂ ਦੇ ਵਿੱਚ ਹੋਵੇ, ਇੱਥੇ ਕੀ ਹੈ 78, ਤਾਂ ਉਸ ਨੂੰ ਆਪਾਂ ਇਸੇ ਤਰ੍ਹਾਂ ਹੀ ਲਿਖ ਲੈਣਾ ਹੈ ਤੇ ਟੋਟਲ ਜੋ ਹੈ ਆਪਾਂ ਨੇ ਕਰ ਦੇਣਾ ਹੈ 678 ਰੁਪਏ। 678 ਰੁਪਏ। ਜਿਵੇਂ ਪਹਿਲੇ ਸਵਾਲ ਦੇ ਵਿੱਚ ਆਪਾਂ ਕੀਤਾ ਸੀ, ਪਹਿਲੀ ਰਕਮ ਪਾ ਕੇ ਫਿਰ ਜਿੰਨੀਆਂ ਰਕਮਾਂ ਹਨ ਓਨੀਆਂ ਜ਼ੀਰੋ। ਉਸ ਤੋਂ ਬਾਅਦ ਅਖੀਰਲੀਆਂ ਦੋ ਰਕਮਾਂ ਨੂੰ ਇਕੱਠਾ ਲਿਖਣਾ ਹੈ। ਤਾਂ ਟੋਟਲ ਜੋ ਆਪਣੇ ਕੋਲ ਕੁੱਲ ਰਕਮ ਬਣਦੀ ਹੈ 678। 678। ਅਗਲੀ ਰਕਮ ਆਪਾਂ ਦੇਖਦੇ ਹਾਂ 1700। ਸਭ ਤੋਂ ਪਹਿਲਾਂ ਤਾਂ ਇੱਥੇ ਕੀ ਲਿਖਿਆ ਹੈ 1, ਤਾਂ ਆਪਾਂ ਵੀ ਕੀ ਪਾਵਾਂਗੇ 1000। ਤਾਂ 1000 ਪੂਰਾ। ਹੁਣ ਇੱਥੇ ਲਿਖਿਆ ਹੈ 700। ਇੱਕ ਚੀਜ਼ ਤੁਸੀਂ ਧਿਆਨ ਰੱਖਣੀ ਹੈ, ਜੇ ਰਕਮ ਪੂਰੀ ਲਿਖੀ ਹੈ, ਪੂਰੀ ਮਤਲਬ ਇੱਥੇ 700 ਇਕੱਠਾ ਲਿਖਿਆ ਹੈ। ਜੇ ਇਸੇ ਤਰ੍ਹਾਂ ਜਿਵੇਂ ਆਪਾਂ ਡੀ ਸਵਾਲ ਦੇ ਵਿੱਚ ਦੇਖ ਰਹੇ ਹਾਂ 8886, ਤਾਂ ਆਪਾਂ ਇੱਥੇ 86 ਅਲੱਗ ਲਿਖਦੇ। ਬਟ ਇਸ ਨੂੰ ਲਿਖਣ ਦਾ ਤਰੀਕਾ ਜੋ ਹੈ 1700। ਬੜੇ ਹੀ ਆਸਾਨੀ ਨਾਲ ਤੁਹਾਡਾ ਜੋ ਉੱਤਰ ਹੈ ਉਹ ਆ ਜਾਵੇ 1700। ਪਹਿਲੀ ਰਕਮ ਇਸੇ ਤਰ੍ਹਾਂ ਹੀ ਲਿਖੀ। ਪਹਿਲੀ ਰਕਮ ਦੇ ਨਾਲ ਜਿੰਨੀਆਂ ਜ਼ੀਰੋ ਹਨ, ਕਿੰਨੀਆਂ ਰਕਮਾਂ ਹਨ 3, ਤਾਂ 3 ਜ਼ੀਰੋ। ਅਗਲੀ ਰਕਮ 7 ਹੈ, 7 ਦੇ ਨਾਲ 2 ਜ਼ੀਰੋ ਹਨ, ਤਾਂ ਆਪਾਂ ਨੇ ਜ਼ੀਰੋ ਇਸੇ ਤਰ੍ਹਾਂ ਹੀ ਬਤਾ ਲਿਆ ਤੇ ਬੜੇ ਹੀ ਆਸਾਨੀ ਨਾਲ ਆਪਣਾ ਉੱਤਰ ਨਿਕਲ ਆਉਂਦਾ ਹੈ। ਆਪਾਂ ਹੁਣ ਅਗਲਾ ਸਵਾਲ ਦੇਖਦੇ ਹਾਂ
4006 रुपये। देखो 4000 4 ਦੇ ਨਾਲ 1000 ਅਤੇ ਕੇਵਲ 6 ਰੁਪਏ। ਜਿਸ ਤਰ੍ਹਾਂ ਦੀ ਆਪਣੀ ਪਹਿਲੇ ਪ੍ਰਸ਼ਨ ਵਿੱਚ ਡੀ ਸਵਾਲ ਸੀ ਉਸੇ ਤਰ੍ਹਾਂ ਹੀ ਇਸ ਦਾ ਉੱਤਰ ਵੀ 4000 ਤਾਂ ਇਸੇ ਤਰ੍ਹਾਂ ਹੀ ਲਿਖਣਾ ਹੈ ਤੇ ਇੱਥੇ ਕੇਵਲ 6 ਹੈ ਤੇ ਇਸ ਨੂੰ ਬੜੀ ਹੀ ਆਸਾਨੀ ਨਾਲ ਆਪਾਂ ਲਿਖ ਸਕਦੇ ਹਾਂ 4006। ਅਗਲਾ ਪ੍ਰਸ਼ਨ ਦੇਖਦੇ ਹਾਂ 8886। ਇਸ ਨੂੰ ਲਿਖਣ ਤੋਂ ਪਹਿਲਾਂ ਆਪਾਂ ਸਿੱਖਦੇ ਹਾਂ ਪਹਿਲੀ ਰਕਮ ਕੀ ਹੈ 8 8000 8000 ਪਾਉਣ ਤੋਂ ਬਾਅਦ ਪ੍ਰਸ਼ਨ ਵਿੱਚ ਲਿਖਿਆ ਹੈ 800 800 ਤੋਂ ਬਾਅਦ ਕੀ ਲਿਖਿਆ ਹੈ 86। ਅਖੀਰਲੀਆਂ ਦੋ ਰਕਮਾਂ ਜਿਵੇਂ ਇਹ ਆਪਾਂ ਨੇ ਪਹਿਲੇ ਪ੍ਰਸ਼ਨ ਵਿੱਚ ਰੂਲ ਦੇਖਿਆ ਸੀ ਵੀ ਅਖੀਰ ਵਾਲੀਆਂ ਦੋ ਰਕਮਾਂ ਚੱਕਣੀਆਂ ਹਨ ਤਾਂ ਜੇ ਤਾਂ 0 ਹੋਣ ਪਹਿਲੇ ਸਵਾਲ ਦੀ ਤਰ੍ਹਾਂ 700 ਦੀ ਤਰ੍ਹਾਂ ਤਾਂ ਕੋਈ ਚੱਕਰ ਨਹੀਂ ਹੈ ਆਪਾਂ ਉਸੇ ਤਰ੍ਹਾਂ ਹੀ ਲਿਖ ਸਕਦੇ ਹਾਂ ਪਰ ਜਦੋਂ ਇੱਥੇ ਅਖੀਰਲੀਆਂ ਦੋ ਰਕਮਾਂ 0 ਨਾ ਹੋਣ ਤਾਂ ਆਪਾਂ ਨੂੰ ਅਲੱਗ ਤੋਂ ਲਿਖਣੀਆਂ ਚਾਹੀਦੀਆਂ ਹਨ। ਹੁਣ ਪੂਰੇ ਪ੍ਰਸ਼ਨ ਨੂੰ ਹੱਲ ਕਰਦੇ ਹਾਂ। ਅੱਠ ਹਜ਼ਾਰ 8 ਤੋਂ ਬਾਅਦ ਤਿੰਨ ਰਕਮਾਂ ਹਨ 8000 800 8 ਦੇ ਨਾਲ ਦੋ ਰਕਮਾਂ ਦੋ 0 ਹਨ 886 8886 8886 ਬੜੇ ਹੀ ਆਸਾਨੀ ਨਾਲ ਆਪਾਂ ਇਸ ਪ੍ਰਸ਼ਨ ਨੂੰ ਹੱਲ ਕਰ ਸਕਦੇ ਹਾਂ। ਸੋ ਇਹ ਪ੍ਰਸ਼ਨ ਤੁਸੀਂ ਆਪਣੇ ਆਪ ਹੱਲ ਕਰਨਾ ਹੈ ਤੇ ਹੱਲ ਕਰਕੇ ਮੈਨੂੰ ਦੱਸਣਾ ਹੈ ਕਮੈਂਟਸ ਦੇ ਵਿੱਚ। ਸੋ ਹੁਣ ਆਪਾਂ ਗਤੀਵਿਧੀ ਹੁੰਦਾ ਹੈ ਕਿਸੇ ਵੀ ਪ੍ਰਸ਼ਨ ਨੂੰ ਕਿਸੇ ਮੌਜੂਦਾ ਜੋ ਆਪਣੇ ਸਾਹਮਣੇ ਕਿਸੇ ਪ੍ਰੈਕਟੀਕਲ ਨਾਲ ਕਰਕੇ ਦੇਖਣਾ। ਕੁਝ ਨਵੇਂ ਸੰਕਲਪਾਂ ਦੀ ਦੁਹਰਾਈ ਲਈ ਭੂਮਿਕਾ ਬਣਾਉਣ ਲਈ ਕੁਝ ਵਾਰਤਾਲਾਪ ਬੱਚਿਆਂ ਨਾਲ ਕੀਤੇ ਜਾਣਗੇ। ਕੀ ਵਾਰਤਾਲਾਪ ਹਨ? ਜਿਵੇਂ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਜਮਾਤ ਵਿੱਚ ਕਿੰਨੇ ਬਿਜਲੀ ਉਪਕਰਨਾਂ ਦੀ ਕੀਮਤ ਜਮਾਤ ਵਿੱਚ ਲੱਗੇ ਬਿਜਲੀ ਉਪਕਰਨ ਪੱਖੇ ਦੀ ਕੀਮਤ ਲਗਭਗ 1200 ਦੇ ਕਰੀਬ ਹੋਵੇਗੀ। ਬੱਲਬ ਦੀ ਕੀਮਤ ਲਗਭਗ 10 ਰੁਪਏ ਦੇ ਕਰੀਬ ਹੋਵੇਗੀ। ਪੱਖੇ ਦੀ ਕੀਮਤ 1200 ਬੱਲਬ ਦੀ ਕੀਮਤ 10 ਰੁਪਏ। ਹੁਣ ਆਪਾਂ ਇੱਥੇ ਦੇਖਿਆ ਹੈ ਕਿ ਪੱਖੇ ਦੀ ਕੀਮਤ 1200 ਹੈ ਅਤੇ ਬੱਲਬ ਦੀ ਕੀਮਤ 10 ਰੁਪਏ ਹੈ। ਕੀ ਹੁਣ ਆਪਾਂ ਦੱਸ ਸਕਦੇ ਹਾਂ ਕਿ ਕਿਸ ਦੀ ਕੀਮਤ ਜ਼ਿਆਦਾ ਹੈ ਵੱਧ ਹੈ? ਸੋ ਇੱਥੇ ਹੀ ਭਲੀ ਭਾਂਤ ਆਪਾਂ ਨੂੰ ਪਤਾ ਲੱਗਦਾ ਹੈ ਕਿ 1200 ਜਾਂ ਜੋ ਕਿ ਪੱਖੇ ਦੀ ਕੀਮਤ ਹੈ ਉਹ ਜ਼ਿਆਦਾ ਹੈ। ਸੋ ਇੱਥੇ ਆਪਾਂ ਤਿੰਨ ਤਰ੍ਹਾਂ ਦੇ ਨਿਸ਼ਾਨ ਸਿੱਖਾਂਗੇ। ਤਿੰਨ ਤਰ੍ਹਾਂ ਦੇ ਨਿਸ਼ਾਨ ਆਪਾਂ ਸਿੱਖਾਂਗੇ। ਪਹਿਲਾ ਨਿਸ਼ਾਨ ਹੈ ਗ੍ਰੇਟਰ ਦੈਨ। ਜਿਸ ਤਰ੍ਹਾਂ ਇਸੇ ਹੀ ਸਵਾਲ ਨੂੰ ਜੇ ਆਪਾਂ ਲਿਖਣਾ ਹੈ ਤਾਂ ਆਪਾਂ ਲਿਖਾਂਗੇ 1200 ਗ੍ਰੇਟਰ ਦੈਨ 10 ਯਾਨੀ 1200 ਵੱਡਾ ਹੈ 10 ਤੋਂ। ਇਸੇ ਤਰ੍ਹਾਂ ਹੀ ਜੇ ਆਪਾਂ ਇਹ ਲਿਖਣਾ ਹੋਵੇ 10 ਵੱਡਾ ਹੈ 5 ਤੋਂ। ਹੁਣ ਇਸੇ ਹੀ ਨਿਸ਼ਾਨ ਦੇ ਵਿੱਚ ਆਪਾਂ ਨੇ ਇੱਕ ਚੀਜ਼ ਦੇਖਣ ਨੂੰ ਆਈ ਹੈ ਕਿ ਜਦੋਂ ਤਾਂ 12 ਦੀ ਤਰਫ ਤੋਂ ਦੇਖਿਆ ਜਾਂਦਾ ਹੈ ਤਾਂ ਇਹ ਨਿਸ਼ਾਨ ਜੋ ਹੈ ਇਹ ਇਸ ਤਰ੍ਹਾਂ ਦਿਖਾਈ ਦਿੰਦਾ ਹੈ। 1200 ਦੀ ਤਰਫ ਤੋਂ ਦੇਖਣ ਤੇ ਇਹ ਨਿਸ਼ਾਨ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ ਜਿਸ ਨੂੰ ਕਹਿੰਦੇ ਹਨ ਗ੍ਰੇਟਰ ਦੈਨ। ਕੀ ਕਹਿੰਦੇ ਹਨ? ਗ੍ਰੇਟਰ ਦੈਨ। ਪਰ
ਇਹੀ ਨਿਸ਼ਾਨ ਇਹ ਵੀ ਸਿੱਧ ਕਰਦਾ ਹੈ ਕਿ 10 ਜੋ ਹੈ ਉਹ 1200 ਤੋਂ ਛੋਟਾ ਹੈ। तो 10 ਦੀ ਤਰਫ ਤੋਂ ਜੋ ਇਹ ਆਪਾਂ ਨਿਸ਼ਾਨ ਦੇਖਾਂਗੇ ਇਹ ਇਸ ਤਰ੍ਹਾਂ ਦੇਖਾਂਗੇ। ਕਿਸ ਤਰ੍ਹਾਂ ਦੇਖਾਂਗੇ? ਇਸ ਤਰ੍ਹਾਂ। यानी जिस तरफ इस निशान का मुंह खुला होवेगा उस पासे वाली रकम की होवेगी? वड्डी होवेगी। जिस तरफ इस निशान का मुंह खुला होवेगा उस पासे वाली रकम की होवेगी? वड्डी होवेगी। जिस तरह की इस सवाल दे विच 1200 वड्डा है। सो एक तो ग्रेटर दैन या लैस दैन है, एक बराबर है। ग्रेटर दैन या लैस दैन किवें पढ़ना है? जदों तां आपां 1200 की गल करनी है तां आपां लिखना है 1200 ग्रेटर दैन 10। जदों गल 10 की करनी है तां लिखना है 10 लैस दैन 1200, लैस दैन 1200। यानी 1210 तो बड़ा है, 10 1200 तो छोटा है। इसे तरह ही एक निशान है बराबर है। जे दोने पासे मुंह खुले हैं तो उस रकम नूं आपां बराबर मानते हाँ ते उस निशान नूं की कहंदे हाँ? बराबर है। की कहंदे हाँ? बराबर है। सो अगे आपां देखते हाँ कि दीवार ते लगी घड़ी वाल इशारा करते हुए इसकी कीमत 200 है। दीवार ते लगी घड़ी की कीमत मान लो 200 है। सो इसे तरह ही आपां इत्थे देखांगे कि केड़ा निशान किस पासे वाल नूं जावेगा, यानी कि केड़ी रकम केड़ी दूसरी रकम तो वड्डी जां छोटी है। वड्डी रकम वाल जो निशान है वह मुंह खुला होवेगा, छोटी रकम वाल जो निशान है वह बंद होवेगा। यानी वड्डी रकम वाल निशान खुला, छोटी रकम जो है उस वाला निशान बंद होवेगा। सो आप देखते हाँ पहला क्वेश्चन देखते हाँ 238 ते 832। सो आपां नूं पता है 832 वड्डा है तां 832 वाल निशान खुलेगा। दूसरी रकम 7851 रुपये, 7851। दूसरी तरफ है 8। हुण जदों पहली रकम ही वड्डी है 8000, इधर 7000 है, 8715 तो पता लगता है कि 8715 रकम 7851 तो छोटी है। इसे तरह 2018 दोनों पासियां बराबर रकम है तो जदों बराबर रकम होवे तां आपां बराबर है वाला निशान पाउने हां। इसे तरह ही 9999 9999 इधर की दूसरी तरफ की है 9900 तक कितना ज्यादा है 99। कितना ज्यादा है 99 तक केड़ी रकम वड्डी है 9999। अगे आप देखते हाँ 4651। दूसरी तरफ है 5467। तो केड़ी रकम वड्डी है 5467। अखीरला सवाल तुसीं अपने आप हल करना है ते कमेंट विच दसना है कि केड़ी रकम किस तो वड्डी है। सो हुण आपां अगले सवाल की तरफ वधदे हाँ। ਆਪਾਂ ਦੇਖਦੇ ਹਾਂ ਸੰਖਿਆਵਾਂ ਨੂੰ
ਸੰਖਿਆਵਾਂ ਨੂੰ ਛੋਟੀ ਤੋਂ ਛੋਟੀ ਜਾਂ ਵੱਡੀ ਤੋਂ ਵੱਡੀ ਕ੍ਰਮ ਵਿੱਚ ਲਿਖਣਾ। ਸੰਖਿਆਵਾਂ ਨੂੰ ਵੱਧਦੇ ਕ੍ਰਮ ਜਾਂ ਛੋਟੇ ਕ੍ਰਮ ਵਿੱਚ ਲਿਖਣਾ। ਵੱਧਦੇ ਕ੍ਰਮ ਦਾ ਮਤਲਬ ਕੀ ਹੈ? ਵੱਧਦੇ ਕ੍ਰਮ ਦਾ ਮਤਲਬ ਹੈ ਵੀ ਪਹਿਲਾਂ ਸਭ ਤੋਂ ਛੋਟੀ ਰਕਮ, ਉਸ ਤੋਂ ਬਾਅਦ ਉਸ ਤੋਂ ਵੱਡੀ ਅਤੇ ਉਸ ਤੋਂ ਬਾਅਦ ਉਸ ਤੋਂ ਵੱਡੀ, ਯਾਨੀ ਕ੍ਰਮ ਜੋ ਹੈ ਵੱਧਦੀ ਅਵਸਥਾ ਵਿੱਚ ਲਿਖਣਾ ਹੈ। ਦੋਸਤੋ, ਜਦੋਂ ਪੇਪਰ ਦੇ ਵਿੱਚ ਇਹ ਸਵਾਲ ਆਉਂਦਾ ਹੈ ਤਾਂ ਤੁਸੀਂ ਇਸ ਸਵਾਲ ਨੂੰ, ਜੋ ਤਰੀਕਾ ਹੈ ਉਹ ਬੜਾ ਸੌਖਾ ਤਰੀਕਾ ਹੈ ਇਸ ਨੂੰ ਹੱਲ ਕਰਨ ਦਾ। ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖਣਾ ਹੈ ਵੀ ਰਕਮਾਂ ਜੋ ਹਨ ਉਹ ਕਿੰਨੇ ਸੈਂਕੜੇ ਵਾਲੀਆਂ ਹਨ। ਆਪਾਂ ਨੂੰ ਦੇਖਣ ਨੂੰ ਆਇਆ ਹੈ ਕਿ ਸਾਰੀਆਂ ਹੀ ਰਕਮਾਂ 2 ਜ਼ੀਰੋਆਂ ਵਾਲੀਆਂ ਸੈਂਕੜੇ ਵਾਲੀਆਂ ਹਨ। 200, 700, 600, 400, 100। ਜਦੋਂ ਇੱਕੋ ਹੀ ਸੈਂਕੜੇ ਵਾਲੀਆਂ ਰਕਮਾਂ ਹੋਣ ਤਾਂ ਸਭ ਤੋਂ ਪਹਿਲਾਂ ਤੁਸੀਂ ਪਹਿਲੀ ਰਕਮ ਦੇਖ ਲੈਣੀ ਹੈ। ਪਹਿਲੀ ਰਕਮ ਕਿਸ ਦੀ ਸਭ ਤੋਂ ਵੱਡੀ ਹੈ? ਇਹ ਆਪਾਂ ਨੇ ਵੱਧਦੇ ਕ੍ਰਮ ਵਿੱਚ ਲਿਖਣਾ ਹੈ। ਸਭ ਤੋਂ ਛੋਟੀ ਰਕਮ ਆਪਾਂ ਦੇਖ ਰਹੇ ਹਾਂ। ਸਭ ਤੋਂ ਛੋਟੀ ਰਕਮ ਕਿਹੜੀ ਹੈ? 1। ਉਸ ਤੋਂ ਵੱਡੀ 1 ਵਾਲੀ ਰਕਮ ਪੂਰੀ ਕਿਵੇਂ ਹੋਵੇਗੀ? 199। 2 ਵਾਲੀ ਰਕਮ ਪੂਰੀ ਕੀ ਹੈ? 245। ਉਸ ਤੋਂ ਵੱਡੀ 2 ਤੋਂ ਬਾਅਦ 3 ਵਾਲੀ ਰਕਮ ਹੈ ਨਹੀਂ। 4 ਵਾਲੀ ਰਕਮ 456। ਉਸ ਤੋਂ ਬਾਅਦ 5 ਵਾਲੀ ਰਕਮ ਕੋਈ ਨਹੀਂ ਹੈ। 6 ਵਾਲੀ ਰਕਮ 654। ਉਸ ਤੋਂ ਬਾਅਦ 7 ਵਾਲੀ ਰਕਮ। ਇਹ ਇੱਕ ਸ਼ਾਰਟਕਟ ਤਰੀਕਾ ਹੈ, ਪਰੰਤੂ ਸਵਾਲ ਦੇ ਵਿੱਚ ਕਈ ਵਾਰ ਕੀ ਹੁੰਦਾ ਹੈ, ਆਪਣੇ ਕੋਲ ਇੱਕੋ ਹੀ ਰਕਮ, ਮੰਨ ਲਓ ਆਪਣੇ ਕੋਲ ਇੱਥੇ ਰਕਮ ਹੋਵੇ 199, 149 ਤਾਂ 172। ਜਦੋਂ ਪਹਿਲੀ ਰਕਮ ਬਹੁਤੀਆਂ ਰਕਮਾਂ ਵਿੱਚ ਸਾਂਝੀ ਹੋਵੇ ਤਾਂ ਪਹਿਲਾਂ ਉਹ ਰਕਮਾਂ ਦੇ ਵਿੱਚ ਛੋਟੀ ਤੋਂ ਵੱਧਦੇ ਕ੍ਰਮ ਵਾਲੀ ਸੰਖਿਆ ਲਿਖਣੀ ਹੈ। ਸਭ ਤੋਂ ਪਹਿਲਾਂ 1 ਲਿਖ ਲੈਣਾ ਹੈ। ਉਸ ਤੋਂ ਬਾਅਦ ਦੇਖਣਾ ਹੈ ਵੀ ਸਭ ਤੋਂ ਛੋਟੀ ਰਕਮ ਕਿਹੜੀ ਹੈ। ਕਦੋਂ ਦੇਖਣਾ ਹੈ? ਜਦੋਂ ਪਹਿਲੀ ਸੰਖਿਆ ਬਾਕੀਆਂ ਨਾਲ ਸਮਾਨ ਹੋਵੇ। ਜਿਸ ਤਰ੍ਹਾਂ 199, 149, 172 ਦੇ ਵਿੱਚ ਪਹਿਲੀ ਰਕਮ 1 ਹੈ ਤਾਂ 1 ਲਿਖ ਕੇ ਉਸ ਤੋਂ ਬਾਅਦ ਦੂਸਰੀ ਰਕਮ ਦੇਖਣੀ ਹੈ। ਪਹਿਲੀ ਦੇ ਵਿੱਚ 9 ਹੈ, ਦੂਜੀ ਦੇ ਵਿੱਚ 4 ਹੈ, ਤੀਜੀ ਦੇ ਵਿੱਚ 7 ਹੈ ਤਾਂ ਸਭ ਤੋਂ ਛੋਟੀ ਰਕਮ ਕਿਹੜੀ ਹੈ? 4। ਉਸ ਤੋਂ ਬਾਅਦ ਦੇਖਣਾ ਹੈ, ਜਦੋਂ 2 ਰਕਮਾਂ ਦੇਖ ਰਹੀਆਂ ਤਾਂ ਤੀਜੀ ਰਕਮ ਦੇਖਣ ਦੀ ਜ਼ਰੂਰਤ ਨਹੀਂ ਹੈ। 149, ਉਸ ਤੋਂ ਬਾਅਦ 149, ਉਸ ਤੋਂ ਅਗਲੀ ਰਕਮ ਕਿਹੜੀ ਹੈ? 1। 1 ਤੋਂ ਬਾਅਦ 4 ਤੋਂ ਵੱਡੀ ਰਕਮ ਕਿਹੜੀ ਸੀ? 7 ਤਾਂ ਇਹ 172। ਤੀਜੀ ਰਕਮ ਆ ਗਈ 199 ਤਾਂ 199 ਤੋਂ ਬਾਅਦ ਜਿਹੜਾ ਕ੍ਰਮ ਹੈ ਇਸੇ ਤਰ੍ਹਾਂ ਹੀ ਹੋਵੇਗਾ। ਅਗਲੇ ਸਵਾਲ ਦੇ ਵਿੱਚ ਵੀ ਆਪਾਂ ਦੇਖਦੇ ਹਾਂ, ਸਭ ਤੋਂ ਪਹਿਲੀ ਰਕਮ ਕਿਹੜੀ ਹੈ? 1 7 4 5 2 ਤਾਂ ਆਪਾਂ ਇੱਥੇ ਕੇਵਲ ਪਹਿਲੀ ਰਕਮ ਹੀ ਲਿਖ ਕੇ ਸਵਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੀ ਰਕਮ, ਸਭ ਤੋਂ ਛੋਟੀ ਰਕਮ 1, ਉਸ ਤੋਂ ਵੱਡੀ ਰਕਮ 2, ਸੌਰੀ 2 ਤੋਂ ਵੱਡੀ ਰਕਮ 3 ਇਸ ਵਿੱਚ ਨਹੀਂ ਹੈ। 4, 5,
6 ਵਾਲੀ ਰਕਮ ਇਸ ਵਿੱਚ ਨਹੀਂ ਹੈ। ਉਸ ਤੋਂ ਬਾਅਦ ਹੈ 7। ਹੁਣ ਇਹ ਸੰਖਿਆ ਵੀ ਇੱਕੋ ਹੀ ਇਕਾਈ, ਦਹਾਈ, ਸੈਂਕੜਾ, ਹਜ਼ਾਰ, ਤਾਂ ਸਾਰੀਆਂ ਹੀ ਰਕਮਾਂ ਹਜ਼ਾਰ ਵਾਲੀਆਂ ਹਨ। ਇਹ ਫਾਰਮੂਲਾ ਤੁਸੀਂ ਉੱਥੇ ਹੀ ਲਾਉਣਾ ਹੈ ਜਿੱਥੇ ਸਾਰੀਆਂ ਰਕਮਾਂ ਇੱਕ ਹੀ ਸੈਂਕੜੇ ਵਾਲੀਆਂ ਹੋਣ, ਚਾਹੇ ਹਜ਼ਾਰ ਵਾਲੀਆਂ, ਚਾਹੇ 10,000, ਚਾਹੇ ਸੈਂਕੜੇ ਵਾਲੀਆਂ। ਸੋ ਇਸੇ ਤਰ੍ਹਾਂ ਹੀ ਹੁਣ ਆਪਾਂ ਅਗਲਾ ਸਵਾਲ ਦੇਖਾਂਗੇ। ਅਗਲੇ ਸਵਾਲ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਹੁਣੀ ਦੱਸਿਆ ਸੀ, ਜੋ ਰਕਮ ਹੈ ਉਸ ਵਿੱਚ ਦੋ ਰਕਮਾਂ ਦੀ ਸ਼ੁਰੂਆਤ 3 ਨਾਲ ਹੁੰਦੀ ਹੈ। ਦੋ ਰਕਮਾਂ ਦੀ ਸ਼ੁਰੂਆਤ 3 ਨਾਲ ਹੁੰਦੀ ਹੈ ਤੇ ਦੋ ਰਕਮਾਂ ਦੀ ਸ਼ੁਰੂਆਤ 1 ਨਾਲ ਹੁੰਦੀ ਹੈ। ਬਾਕੀ ਇੱਕ 5 ਨਾਲ ਸ਼ੁਰੂ ਹੋਣ ਵਾਲੀ ਰਕਮ ਹੈ। ਸੋ ਆਓ ਇਸ ਨੂੰ ਸਿੱਖਦੇ ਹਾਂ। ਸਭ ਤੋਂ ਪਹਿਲਾਂ ਤਾਂ ਦੇਖਣਾ ਹੈ ਕਿਹੜੀ ਕਿਹੜੀ ਰਕਮ ਨਾਲ ਸ਼ੁਰੂਆਤ ਹੋ ਰਹੀ ਹੈ। 1 ਨਾਲ ਹੋ ਰਹੀ ਹੈ, 3 ਨਾਲ ਹੋ ਰਹੀ ਹੈ ਤੇ 5 ਨਾਲ ਹੋ ਰਹੀ ਹੈ। 1 ਵਾਲੀਆਂ ਦੋ ਰਕਮਾਂ ਹਨ, 3 ਵਾਲੀਆਂ ਦੋ ਰਕਮਾਂ ਹਨ ਤੇ 5 ਵਾਲੀ ਇੱਕ ਰਕਮ ਹੈ। ਸੋ ਆਓ 1 ਵਾਲੀ ਰਕਮ ਦੇ ਵਿੱਚ ਨੂੰ ਆਪਾਂ ਲਿਖਦੇ ਹਾਂ। ਪਹਿਲੀ ਰਕਮ ਹੈ 1132 ਰੁਪਏ। दूसरी रकम है 1233 रुपए। ठीक है जी। इस विच पहली रकम 1 है, इधर भी पहली रकम 1 है। जदों पहलियां रकमां बराबर होण तां उस तो अगली रकम देखनी है कि दूसरी रकम दे विच किहड़ी रकम वड्डी है जां छोटी है। सो पहली रकम तां 1 बराबर है, दूसरी रकम दे विच जिहड़ी भी रकम वड्डी है उस रकम नूं आपां वड्डा मन के चलांगे। हुण इहदे विच 1 सी ते दूसरे दे विच 2 है, तां किहड़ी रकम वड्डी आवेगी? 1233 रुपए वाली। क्यों? क्योंकि पहली रकम बराबर होने तो बाद जो दूसरी रकम सी उस विच एक पासे तां 1 सी ते दूसरे पासे 2 सी, तां जिस दी दूसरी रकम 2 सी उसनूं आपां वड्डा मनांगे। सो 1 वालियां रकमां दे विच आपां देखिया कि रकम किहड़ी वड्डी है? 1233। 1233। हुण आपां अगली रकम देखदे हां। अगली रकम किहड़ी है? 3 वालियां दो रकमां हैं। सो पहली रकम है 3345 ਅਤੇ दूसरी रकम है 3456। पहली रकम की है? बराबर है, यानी कि पहलियां दोनों दे विच पहली रकम बराबर है। दूसरी रकम जो है एक पासे 3 है ते दूसरे पासे 4 है, ਤਾਂ ਵੱਡੀ ਕਿਹੜੀ ਹੋਈ? 4 ਵਾਲੀ। ਤਾਂ ਇਹਨਾਂ ਦੋਹਾਂ ਦੇ ਵਿੱਚ ਵੀ ਕਿਹੜੀ ਰਕਮ ਵੱਡੀ ਹੋਵੇਗੀ? ਜਿਸ ਦੇ ਵਿੱਚ ਦੂਸਰੇ ਨੰਬਰ ਤੇ 4 ਹੈ। ਤਾਂ ਇਹਨਾਂ ਦੋਨਾਂ ਦੇ ਵਿੱਚ ਵੀ ਆਪਾਂ ਨੂੰ ਪਤਾ ਲੱਗਿਆ ਕਿ 3456 ਗ੍ਰੇਟਰ ਹੈ ਕਿਤੋਂ? 3347 ਤੋਂ। ਤੇ ਪਹਿਲੀ ਵਿੱਚ ਕੀ ਪਤਾ ਲੱਗਿਆ ਸੀ? 1233 ग्रेटर है इहदे तो ग्रेटर दैन 1132। सो इन्हां रकमां दा नूं आपां किस तरह लिख सकते हाँ? सारियां रकमां नूं 1132 रुपए सब तो छोटी, उस तो वड्डी 1233, उस तो वड्डी 3345, उस तो वड्डी 3456।
5 ਵਾਲੀ ਆਪਣੇ ਕੋਲ ਇੱਕੋ ਹੀ ਰਕਮ ਹੈ, 5 ਦੇ ਨਾਲ ਸ਼ੁਰੂਆਤ ਹੋਣ ਵਾਲੀ ਆਪਣੇ ਕੋਲ ਇੱਕੋ ਹੀ ਰਕਮ ਹੈ, ਤਾਂ ਇਹ ਸਾਰਿਆਂ ਤੋਂ ਵੱਡੀ ਹੈ। ਸੋ ਇਸ ਤਰ੍ਹਾਂ ਆਪਾਂ ਬੜੀ ਹੀ ਆਸਾਨੀ ਨਾਲ ਵੱਧਦੀ ਅਵਸਥਾ ਦੇ ਵਿੱਚ ਸਾਰੀਆਂ ਰਕਮਾਂ ਨੂੰ ਲਿਖਿਆ। ਇਹ ਨਿਸ਼ਾਨ ਦੋਸਤੋ ਮੈਂ ਇਸ ਲਈ ਲਗਾਏ ਹਨ ਕਿ ਆਪਾਂ ਨੂੰ ਪਤਾ ਲੱਗ ਜਾਵੇ ਵੀ ਕਿਹੜੀ ਰਕਮ ਕਿਸ ਤੋਂ ਵੱਡੀ ਹੈ। ਪੇਪਰ ਦੇ ਵਿੱਚ ਜੇ ਤੁਸੀਂ ਇਹ ਨਿਸ਼ਾਨ ਨਹੀਂ ਵੀ ਲਗਾਓਗੇ ਤਾਂ ਵੀ ਤੁਹਾਡਾ ਉੱਤਰ ਸਹੀ ਮੰਨਿਆ ਜਾਵੇਗਾ। ਜੇ ਤੁਸੀਂ ਕੌਮਾ ਪਾ ਕੇ ਜਸਟ ਇਸੇ ਤਰ੍ਹਾਂ ਹੀ ਲਿਖ ਦਿੰਦੇ ਹੋ ਤਾਂ ਵੀ ਤੁਹਾਡਾ ਜੋ ਉੱਤਰ ਹੈ ਉਹ ਸਹੀ ਮੰਨਿਆ ਜਾਵੇਗਾ, ਕਿਉਂਕਿ ਲਿਖਣ ਦੇ ਕ੍ਰਮ ਨੂੰ ਹੀ ਵੱਧਦੀ ਅਵਸਥਾ ਦਾ ਕ੍ਰਮ ਮੰਨਿਆ ਜਾਵੇਗਾ। ਜੇ ਤੁਸੀਂ ਇਸ ਤਰ੍ਹਾਂ ਲਿਖਦੇ ਹੋ ਤਾਂ ਬਹੁਤ ਚੰਗੀ ਗੱਲ ਹੈ, ਜੇ ਇਸ ਤਰ੍ਹਾਂ ਲਿਖਦੇ ਹੋ ਦੂਜੇ ਤਰੀਕੇ ਨਾਲ ਤਾਂ ਵੀ ਤੁਹਾਡੇ ਪੂਰੇ ਬਟਾ ਪੂਰੇ ਨੰਬਰ ਮਿਲਣਗੇ। ਸੋ ਇਸ ਤਰ੍ਹਾਂ ਵੀ ਤੁਸੀਂ ਲਿਖ ਸਕਦੇ ਹੋ। ਸੋ ਅਗਲਾ 2 ਸਵਾਲ ਜੋ ਹਨ ਉਹ ਤੁਸੀਂ ਆਪ ਕਰਨੇ ਹਨ। ਕਮੈਂਟਸ ਦੇ ਵਿੱਚ ਮੈਨੂੰ ਇਹ ਤੁਸੀਂ ਦੱਸਣਾ ਹੈ। ਸੋ ਆਓ ਹੁਣ ਆਪਾਂ ਅੱਗੇ ਦੇਖਦੇ ਹਾਂ। ਅੰਕਾਂ ਦਾ ਸਥਾਨਿਕ ਮੁੱਲ ਵਿਸਤ੍ਰਿਤ ਰੂਪ ਦੀ ਦੁਹਰਾਈ ਲਈ ਗਤੀਵਿਧੀਆਂ ਜੋ ਹੁੰਦੀਆਂ ਹਨ ਇਸ ਦੇ ਨਾਲ ਤੁਹਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਕਿਉਂਕਿ ਇਹ ਰੋਜ਼ਾਨਾ ਜ਼ਿੰਦਗੀ ਦੇ ਨਾਲ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਆਪਾਂ ਤਸਵੀਰ ਦੇ ਵਿੱਚ 4 ਗਲਾਸ ਦੇਖ ਰਹੇ ਹਾਂ। ਪਹਿਲੇ ਤੇ ਇਕਾਈ ਲਿਖਿਆ ਹੈ ਜਿਸ ਨੂੰ 1 ਕਹਿੰਦੇ ਹਨ। ਦੂਸਰੇ ਦੇ ਵਿੱਚ ਦਹਾਈ ਲਿਖਿਆ ਹੈ ਜਿਸ ਨੂੰ 10 ਕਹਿੰਦੇ ਹਨ। ਤੀਸਰੇ ਦੇ ਵਿੱਚ ਸੈਂਕੜਾ ਲਿਖਿਆ ਹੈ ਜਿਸ ਨੂੰ ਆਪਾਂ 100 ਕਹਿੰਦੇ ਹਾਂ, ਯਾਨੀ 2 ਜ਼ੀਰੋਆਂ ਨਾਲ ਸੈਂਕੜਾ, 1 ਜ਼ੀਰੋ ਨਾਲ ਦਹਾਈ, ਬਿਨਾਂ ਕਿਸੇ ਜ਼ੀਰੇ ਨਾਲ ਇਕਾਈ। ਪਿਛਲੀਆਂ ਜਮਾਤਾਂ ਦੇ ਵਿੱਚ ਆਪਾਂ ਇਹ ਪੜ੍ਹਿਆ ਹੈ। ਤੇ 1000 ਆਪਾਂ ਨੂੰ ਪਤਾ ਹੈ ਜਿਸ ਦੇ ਨਾਲ 3 ਜ਼ੀਰੋਆਂ ਲੱਗੀਆਂ ਹੁੰਦੀਆਂ ਹਨ। ਸੋ ਬੜੇ ਹੀ ਆਸਾਨ ਸ਼ਬਦਾਂ ਦੇ ਵਿੱਚ ਆਪਾਂ ਇਸ ਨੂੰ ਪੜ੍ਹਾਂਗੇ। ਪਹਿਲੇ ਦੇ ਵਿੱਚ ਤੁਹਾਨੂੰ 4 ਗੇਂਦਾਂ ਦਿਸ ਰਹੀਆਂ ਹਨ। ਗੇਂਦਾਂ ਜਾਂ ਬੱਟੇ ਕੁਝ ਵੀ ਕਹਿ ਸਕਦੇ ਹੋ। ਜਿਸ ਤਰ੍ਹਾਂ ਆਪਾਂ ਮੈਂ ਹੁਣੀ ਤੁਹਾਨੂੰ ਦੱਸਿਆ ਹੈ ਇਕਾਈ ਦੇ ਵਿੱਚ ਕੀ ਹੁੰਦਾ ਹੈ। ਇਕਾਈ ਦੇ ਵਿੱਚ ਕੋਈ ਵੀ ਜ਼ੀਰੋ ਨਹੀਂ ਹੁੰਦੀ, ਕੇਵਲ 1 ਹੁੰਦਾ ਹੈ, ਯਾਨੀ ਕਿ ਬਿਨਾਂ ਜ਼ੀਰੋ ਤੋਂ ਰਕਮ। 3 ਇਕਾਈ ਯਾਨੀ ਕਿ 3 ਬੰਟੇ, ਕੀ ਬਣਿਆ 3 ਬੰਟੇ, 3 ਗੁਣਾ ਬੰਟੇ, ਇਹ ਹੈ ਤੁਹਾਡਾ 3। ਕਿਉਂ? ਕਿਉਂਕਿ 1 ਬੰਟਾ 1 ਇਕਾਈ ਨੂੰ ਦਰਸਾਉਂਦਾ ਹੈ। 1 ਬੰਟਾ 1 ਇਕਾਈ ਨੂੰ ਦਰਸਾਉਂਦਾ ਹੈ। ਇਸੇ ਤਰ੍ਹਾਂ ਹੀ 2 ਬੰਟੇ ਦਹਾਈ ਵਿੱਚ ਹਨ, ਯਾਨੀ ਕਿ ਇਸ ਨੂੰ ਆਪਾਂ ਲਿਖਾਂਗੇ 2 ਗੁਣਾ 2 ਬੰਟੇ, ਯਾਨੀ ਕਿ ਦਹਾਈ ਨੂੰ 2 ਵਾਰੀ ਗੁਣਾ ਕਰਾਂਗੇ। ਇਹਦੇ ਨਾਲ ਗੁਣਾ ਕਰਾਂਗੇ 2 ਵਾਰੀ। ਤੀਸਰੇ ਦੇ ਵਿੱਚ 5 ਬੰਟੇ ਦਿਖਾਈ ਦੇ ਰਹੇ ਹਨ। ਤੀਸਰੇ ਦੇ ਵਿੱਚ 5 ਬੰਟੇ ਦਿਖਾਈ ਦੇ ਰਹੇ ਹਨ। ਪੰਜ ਬੰਟਿਆਂ ਦਾ ਮਤਲਬ ਹੈ
5 गुणा दहाई दे विच 1 जीरो है, सैकड़े दे विच 2 जीरो। 5 ਬੰਟਿਆਂ ਦਾ मतलब है 5 ਨੂੰ 100 ਨਾਲ गुणा करना। 2 गुणा 10 बराबर है 20 आउंदा है, 5 गुणा 100 बराबर है 500 आउंदा है। इसे तरह ही 1000 ਦੇ ਵਿੱਚ ਕਿੰਨੀਆਂ ਜ਼ੀਰੋਆਂ ਹਨ? 3। ਤਾਂ 3 ਜ਼ੀਰੋਆਂ ਤੇ ਬੰਟੇ ਕਿੰਨੇ ਹਨ ਸਾਡੇ ਕੋਲੇ? 4। 1 2 3 4। 4 ਬੰਟਿਆਂ ਦਾ मतलब है 4 गुणा 4 ਬੰਟੇ 4 गुणा ਇਹ ਗਲਾਸ ਕਿਹਨੂੰ ਦਰਸਾਉਂਦਾ ਹੈ? 1000। 4 ਗੁਣਾ 1000 ਇਹ ਕਿੰਨਾ ਬਣਿਆ? 4000। ਸਾਰੀਆਂ ਸੰਖਿਆਵਾਂ ਨੂੰ ਆਪਾਂ ਤਰਤੀਬਵਾਰ ਲਿਖਦੇ ਹਾਂ। ਸਭ ਤੋਂ ਉੱਪਰ 4000, 4 ਬੰਟੇ ਕੀ ਹੋਇਆ? 4000। 5 ਬੰਟੇ ਦਾ ਜਿਹੜਾ ਗੁਣਾ ਕਰਕੇ ਬਣਿਆ ਸੀ ਉਹ ਬਣਿਆ ਸੀ 500। ਦਹਾਈ ਵਾਲੇ ਦੇ ਵਿੱਚ 2 ਗੁਣਾ 10 ਯਾਨੀ ਕਿ 2 ਬੰਟੇ 3, ਇਹ ਬਣਿਆ ਸੀ 20। ਇਕਾਈ ਵਾਲਾ ਆਪਾਂ ਨੇ ਇਸ ਤਰ੍ਹਾਂ ਹੀ ਲਿਖਣਾ ਹੈ। ਤਾਂ ਕੁੱਲ ਰਕਮ ਕੀ ਪ੍ਰਾਪਤ ਹੋਈ? 3 ਸਾਰਿਆਂ ਨੂੰ ਜੋੜਨ ਤੇ 3 2 5 ਅਤੇ 4। ਆਪਾਂ ਇੱਕ ਵਾਰੀ ਦੁਬਾਰਾ ਪੜ੍ਹਦੇ ਹਾਂ। 4 ਬੰਟੇ 4000, 5 ਬੰਟੇ 500, 2 ਬੰਟੇ ਦਹਾਈ यानी कि 20, 3 ਬੰਟੇ इकाई यानी कि 3। 4523 रुपए, 4523 रुपए। सो सारिਆਂ ਨੂੰ हल करन तो बाद जो उत्तर मिलिया है 4523 रुपए। ਇਹ ਗਤੀਵਿਧੀ ਕਰਨ ਦਾ ਮਤਲਬ ਇਹ ਹੈ ਕਿ ਤੁਹਾਨੂੰ ਰੋਜ਼ਾਨਾ ਜੀਵਨ ਦੇ ਵਿੱਚ ਤੁਸੀਂ ਛੋਟੀਆਂ-ਛੋਟੀਆਂ ਗੇਮਸ ਜਾਂ ਗਤੀਵਿਧੀਆਂ ਕਰਕੇ ਹਿਸਾਬ ਨੂੰ ਸਿੱਖ ਸਕਦੇ ਹੋ। ਸੋ ਆਪਣਾ ਉੱਤਰ ਕਿੰਨਾ ਬਣਦਾ ਹੈ? 4523। ਹੁਣ ਆਪਾਂ ਅੱਗੇ ਚੱਲਦੇ ਹਾਂ। ਲਕੀਰਾਂ ਅੰਕ ਦਾ ਸਥਾਨ ਮੁੱਲ ਦੱਸੋ। ਲਕੀਰਾਂ ਅੰਕ ਦਾ ਸਥਾਨ ਮੁੱਲ ਦੱਸੋ। ਸਥਾਨ ਮੁੱਲ ਕਿਸ ਤਰ੍ਹਾਂ ਆਵੇਗਾ? ਸਥਾਨ ਮੁੱਲ ਆਪਾਂ ਨੇ ਪੜ੍ਹਿਆ ਹੈ ਇਕਾਈ, ਦਹਾਈ, ਸੈਂਕੜੇ ਦੇ ਹਿਸਾਬ ਨਾਲ। ਬੱਚਿਓ ਹੁਣ ਆਪਾਂ 6ਵੀਂ ਉਦਾਹਰਨ ਦੇਖਦੇ ਹਾਂ। ਲਕੀਰੇ ਅੰਕ ਦਾ ਸਥਾਨਿਕ ਮੁੱਲ। ਸਥਾਨਿਕ ਮੁੱਲ ਜਿਵੇਂ ਕਿ ਆਪਾਂ ਹੁਣੀ ਦੇਖਿਆ ਹੈ ਵੀ ਇਹ 4 ਗਲਾਸ ਹਨ। ਪਹਿਲੇ ਗਲਾਸ ਦਾ ਸਥਾਨਿਕ ਮੁੱਲ ਇਕਾਈ ਹੈ, ਦੂਸਰੇ ਦਾ ਦਹਾਈ, ਤੀਸਰੇ ਦਾ ਸੈਂਕੜਾ ਤੇ ਚੌਥੇ ਦਾ 1000। ਸੋ ਪਹਿਲੇ ਇਸੇ ਤਰ੍ਹਾਂ ਹੀ ਤੁਸੀਂ ਇਹਨਾਂ 4 ਰਕਮਾਂ ਨੂੰ 4 ਗਲਾਸਾਂ ਦੀ ਤਰ੍ਹਾਂ ਮੰਨ ਕੇ ਚੱਲੋ। ਸੋ ਇਹ 3 ਗਲਾਸ ਹਨ। ਮੰਨ ਲਓ ਕਿ ਇਹ 3 ਗਲਾਸ ਹਨ। ਤਾਂ ਲਕੀਰਿਆ ਹੋਇਆ ਅੰਕ ਯਾਨੀ ਕਿ ਜਿਸ ਅੰਕ ਦੇ ਥੱਲੇ ਲਾਈਨ ਲੱਗੀ ਹੈ ਉਹ ਕਿਹੜੇ ਅੰਕ ਤੇ ਹੈ? ਦੂਸਰੇ ਤੇ। ਪਹਿਲਾ ਕੀ ਸੀ? ਇਕਾਈ, ਦੂਸਰਾ ਦਹਾਈ, यानी इसका जो अंक है वह दहाई अंक है। अठ का जो अंक है वह दहाई है।
ਇਸੇ ਤਰ੍ਹਾਂ ਹੀ ਦੂਸਰੇ ਸਵਾਲ ਦੇ ਵਿੱਚ 7 ਦਾ ਅੰਕ ਆਪਾਂ ਪਿੱਛੋਂ ਗਿਣਨਾ ਸ਼ੁਰੂ ਕਰਾਂਗੇ। ਇਕਾਈ, ਦਹਾਈ, ਸੈਂਕੜਾ। ਤਾਂ 7 ਦਾ ਜੋ ਸਥਾਨਿਕ ਮੁੱਲ ਹੈ ਉਹ ਸੈਂਕੜਾ ਹੈ। ਸੈਂਕੜੇ ਦਾ ਮਤਲਬ ਹੈ ਇਸ ਦਾ ਜੋ ਸਥਾਨਿਕ ਮੁੱਲ ਹੈ ਉਹ 3 ਹੈ। ਇਸ ਨੂੰ ਇਕਾਈ, ਦਹਾਈ, ਸੈਂਕੜੇ ਨੂੰ ਆਪਾਂ ਇਸ ਤਰ੍ਹਾਂ ਪੜ੍ਹਦੇ ਹਾਂ। ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, 1 ਲੱਖ। ਤਾਂ ਪਹਿਲੇ ਅੰਕ ਤੇ ਆਉਣ ਵਾਲਾ ਇਕਾਈ ਵਾਲਾ ਪਹਿਲਾ, ਦਹਾਈ ਵਾਲਾ ਦੂਸਰਾ, ਸੈਂਕੜੇ ਵਾਲਾ ਤੀਸਰਾ, ਹਜ਼ਾਰ ਵਾਲਾ ਚੌਥਾ ਤੇ 10,000 ਵਾਲਾ ਪੰਜਵਾਂ। ਇਸੇ ਤਰ੍ਹਾਂ ਹੀ ਪਹਿਲੇ ਸਵਾਲ ਵਿੱਚ 8 ਦਾ ਸਥਾਨਿਕ ਅੰਕ ਹੈ 2, ਇਸ ਵਿੱਚ 7 ਦਾ ਸਥਾਨਿਕ ਅੰਕ ਹੈ 3, ਇਸ ਵਿੱਚ 9 ਦਾ ਸਥਾਨਿਕ ਅੰਕ ਹੈ 1, 5 ਦਾ ਸਥਾਨਿਕ ਅੰਕ ਹੀ ਹੈ ਇਕਾਈ, ਦਹਾਈ, ਸੈਂਕੜਾ, ਹਜ਼ਾਰ। ਯਾਨੀ ਇੱਥੇ ਸਥਾਨਿਕ ਮੁੱਲ ਕੀ ਹੈ 4। ਇਸ ਦੇ ਵਿੱਚ 0 ਦਾ ਜੋ ਸਥਾਨਿਕ ਮੁੱਲ ਹੈ 0 ਦਾ 2, ਯਾਨੀ ਦਹਾਈ। ਵਿਸਤ੍ਰਿਤ ਰੂਪ ਵਿੱਚ ਦੇਖੋ। ਵਿਸਤ੍ਰਿਤ ਰੂਪ ਕੀ ਹੁੰਦਾ ਹੈ? ਕਿਸੇ ਵੀ, ਜਿਸ ਤਰ੍ਹਾਂ ਆਪਾਂ ਸਭ ਤੋਂ ਪਹਿਲਾਂ ਸਮਝਿਆ ਸੀ, ਪਹਿਲੀ ਰਕਮ ਨੂੰ ਅਲੱਗ ਲਿਖਣਾ ਹੈ 4, ਉਸ ਤੋਂ ਬਾਅਦ ਜਿੰਨੀਆਂ ਰਕਮਾਂ ਹਨ ਉਸਨੂੰ 0 ਦੇ ਰੂਪ ਵਿੱਚ 400, ਤੇ ਅਖੀਰਲੀਆਂ 2 ਰਕਮਾਂ ਨੂੰ ਇਕੱਠੇ ਲਿਖਣਾ ਹੈ। ਸੋ ਇਸ ਨੂੰ ਵਿਸਤ੍ਰਿਤ ਰੂਪ ਵਿੱਚ ਆਪਾਂ ਕਿਸ ਤਰ੍ਹਾਂ ਲਿਖ ਸਕਦੇ ਹਾਂ? 400 ਪਲੱਸ 90 ਪਲੱਸ 2। ਇਹ ਇਸ ਦਾ ਵਿਸਤ੍ਰਿਤ ਰੂਪ ਹੈ। ਅਗਲੀ ਰਕਮ ਦੇ ਵਿੱਚ ਆਪਾਂ ਪਹਿਲੀ ਰਕਮ ਇਸੇ ਤਰ੍ਹਾਂ ਹੀ 1000, ਦੂਸਰੀ ਰਕਮ ਦੇ ਵਿੱਚ 200 ਤੇ ਤੀਸਰੀ ਰਕਮ ਦੇ ਵਿੱਚ 80। ਤਾਂ ਇਸ ਨੂੰ ਲਿਖਿਆ ਜਾ ਸਕਦਾ ਹੈ 1000 ਪਲੱਸ 200 ਪਲੱਸ 80। ਤਾਂ ਇਹ ਇਸਦਾ ਵਿਸਤ੍ਰਿਤ ਰੂਪ ਹੈ। ਇੱਕ ਚੀਜ਼ ਤੁਸੀਂ ਧਿਆਨ ਰੱਖਣੀ ਹੈ ਵੀ ਜਿਸ ਤਰ੍ਹਾਂ ਆਪਾਂ ਪਹਿਲਾਂ ਸਮਝਿਆ ਸੀ ਕਿ ਰਕਮ ਨੂੰ ਵਿਸਤ੍ਰਿਤ ਰੂਪ ਵਿੱਚ ਇਸ ਤਰ੍ਹਾਂ ਅਖੀਰਲੀਆਂ 2 ਰਕਮਾਂ ਨੂੰ ਜੋੜ ਇਕੱਠਾ ਲਿਖਣਾ ਹੈ, ਪਰੰਤੂ ਜਦੋਂ ਤੁਹਾਨੂੰ ਸਵਾਲ ਵਿਸਤ੍ਰਿਤ ਰੂਪ ਵਿੱਚ ਲਿਖਣ ਦਾ ਆਵੇ ਤਾਂ ਤੁਸੀਂ ਇਕਾਈ, ਦਹਾਈ, ਸੈਂਕੜਾ, ਹਜ਼ਾਰ ਵਾਲੇ ਨਿਯਮ ਨਾਲ ਹੀ ਚੱਲਣਾ ਹੈ। ਇਕਾਈ, ਦਹਾਈ, ਸੈਂਕੜਾ, ਇਸ ਤਰ੍ਹਾਂ ਹੀ ਤੁਸੀਂ ਇਸ ਦਾ ਵਿਸਤ੍ਰਿਤ ਰੂਪ ਤਿਆਰ ਕਰਨਾ ਹੈ। ਸੋ ਅਗਲੇ ਤਿੰਨੋਂ ਹੀ ਸਵਾਲ ਤੁਸੀਂ ਆਪਣੇ ਆਪ ਕਰਨੇ ਹਨ। ਸੋ ਇਹ ਤੁਹਾਡਾ ਹੋਮਵਰਕ ਹੈ। ਹੁਣ ਆਪਾਂ ਇਸ ਤੋਂ ਅੱਗੇ ਦੇਖਦੇ ਹਾਂ। ਹੇਠ ਲਿਖੇ ਅੰਕਾਂ ਨੂੰ ਵਰਤਦੇ ਹੋਏ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ। ਦੋਸਤੋ, ਕਈ ਵਾਰ ਸਵਾਲ ਥੋੜਾ ਜਿਹਾ ਘੁਮਾ ਕੇ ਆਉਂਦਾ ਹੈ ਤੇ ਆਪਾਂ ਨੂੰ ਸਵਾਲ ਥੋੜਾ ਔਖਾ ਲੱਗਦਾ ਹੈ, ਪਰੰਤੂ ਜਦੋਂ ਤੁਸੀਂ ਧਿਆਨ ਨਾਲ ਪੜ੍ਹੋਗੇ ਤਾਂ ਉਹ ਸਵਾਲ ਅਸਲ ਵਿੱਚ ਔਖਾ ਨਹੀਂ ਹੁੰਦਾ। ਤਾਂ ਸਵਾਲ ਨੂੰ ਆਪਾਂ ਪੜ੍ਹਦੇ ਹਾਂ। ਹੇਠ ਲਿਖੇ ਅੰਕਾਂ ਨੂੰ ਵਰਤਦੇ ਹੋਏ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ। ਹੁਣ ਸਭ ਤੋਂ ਪਹਿਲਾਂ ਇਸ ਵਿੱਚ ਇਹ ਪਤਾ ਲੱਗਦਾ ਹੈ ਕਿ ਇਸ ਵਿੱਚ 2 ਰਕਮਾਂ ਬਣਾਉਣੀਆਂ ਹਨ। ਪਹਿਲੀ ਵੱਡੀ ਤੋਂ ਵੱਡੀ, ਦੂਸਰੀ ਛੋਟੀ ਤੋਂ ਛੋਟੀ। ਸੋ 2 ਰਕਮਾਂ ਬਣਾਉਣੀਆਂ ਹਨ। ਪਹਿਲੀ ਆਪਣੇ ਕੋਲੇ ਅੰਕ ਹਨ 3। ਕਿਹੜੇ ਕਿਹੜੇ ਅੰਕ ਹਨ? 2, 0, 9। 2 ਅਤੇ 0 ਅਤੇ 9।
ਹੁਣ ਸਭ ਤੋਂ ਪਹਿਲਾਂ ਜੇ ਤੁਸੀਂ ਵੱਡੀ ਰਕਮ ਬਣਾਉਣੀ ਹੈ ਤਾਂ ਤਿੰਨਾਂ ਦੇ ਵਿੱਚੋਂ ਜੋ ਸਭ ਤੋਂ ਵੱਡੀ ਰਕਮ ਹੈ ਉਸ ਨੂੰ ਸਭ ਤੋਂ ਪਹਿਲੇ ਨੰਬਰ ਵਿੱਚ ਲਿਖਣਾ ਹੈ। ਫਿਰ ਉਸ ਤੋਂ ਛੋਟੀ ਜੋ ਰਕਮ ਹੈ ਇਸ ਵਿੱਚ ਕਿਹੜੀ ਹੈ 2, ਉਸ ਨੂੰ ਦੂਜੇ ਨੰਬਰ ਤੇ ਲਿਖਣਾ ਹੈ। ਉਸ ਤੋਂ ਬਾਅਦ ਜਿਹੜੀ ਉਸ ਤੋਂ ਛੋਟੀ ਰਕਮ ਹੈ। ਤਾਂ ਸਾਡੇ ਕੋਲੇ ਜੋ ਇੱਕ ਰਕਮ ਤਿਆਰ ਹੋਈ, ਸਾਡੇ ਕੋਲੇ ਵੱਡੀ ਤੋਂ ਵੱਡੀ ਰਕਮ ਜੋ ਤਿਆਰ ਹੋਈ ਉਹ 920 ਹੋਈ। ਇਸੇ ਤਰ੍ਹਾਂ ਹੀ ਜਦੋਂ ਆਪਾਂ ਛੋਟੀ ਤੋਂ ਛੋਟੀ ਸੰਖਿਆ ਤਿਆਰ ਕਰਨੀ ਹੈ, ਛੋਟੀ ਤੋਂ ਛੋਟੀ ਸੰਖਿਆ ਦਾ ਤਿਆਰ ਕਰਨ ਲਈ ਤਿੰਨਾਂ ਰਕਮਾਂ ਦੇ ਵਿੱਚੋਂ ਸਭ ਤੋਂ ਛੋਟੀ ਰਕਮ ਜੋ ਹੈ ਉਸ ਨੂੰ ਪਹਿਲੇ ਨੰਬਰ ਤੇ ਲਿਖਣਾ ਹੈ। ਸਭ ਤੋਂ ਛੋਟੀ ਕਿਹੜੀ ਹੈ 0, ਉਸ ਤੋਂ ਬਾਅਦ ਉਸ ਤੋਂ ਵੱਡੀ 2, ਉਸ ਤੋਂ ਬਾਅਦ ਉਸ ਤੋਂ ਵੱਡੀ। ਤਾਂ ਛੋਟੀ ਤੋਂ ਛੋਟੀ ਰਕਮ ਸ਼ੁਰੂ ਕਰਨ ਲਈ ਸਾਨੂੰ ਛੋਟੀ ਰਕਮ ਪਹਿਲੇ ਨੰਬਰ ਤੇ ਲਿਖਣੀ ਹੈ, ਫਿਰ ਉਸ ਤੋਂ ਵੱਡੀ। ਇਸੇ ਤਰ੍ਹਾਂ ਹੀ ਵੱਡੀ ਰਕਮ ਤਿਆਰ ਕਰਨ ਲਈ ਸਾਨੂੰ ਸਭ ਤੋਂ ਵੱਡੀ ਰਕਮ ਜੋ ਹੈ ਉਹ ਪਹਿਲੇ ਨੰਬਰ ਤੇ ਲਿਖਣੀ ਹੈ, ਫਿਰ ਉਸ ਤੋਂ ਬਾਅਦ ਉਸ ਤੋਂ ਛੋਟੀ, ਫਿਰ ਉਸ ਤੋਂ ਛੋਟੀ। ਇਸ ਤਰ੍ਹਾਂ ਸਾਡੇ ਕੋਲੇ 2 ਰਕਮਾਂ ਤਿਆਰ ਹੋ ਜਾਂਦੀਆਂ ਹਨ। ਇੱਕ 920 ਜੋ ਸਭ ਤੋਂ ਵੱਡੀ ਹੈ, ਇੱਕ 0 ਦਾ ਕੋਈ ਮੁੱਲ ਨਹੀਂ 29, ਯਾਨੀ 920 ਅਤੇ 29 ਇਹਨਾਂ ਤਿੰਨ ਰਕਮਾਂ ਨਾਲ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਰਕਮ ਤਿਆਰ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਹੀ ਦੋਸਤੋ ਆਪਾਂ ਅਗਲਾ ਸਵਾਲ ਦੇਖਦੇ ਹਾਂ। ਅਗਲੇ ਸਵਾਲ ਦੇ ਵਿੱਚ ਸਾਡੇ ਕੋਲੇ 4 ਰਕਮਾਂ ਹਨ। 1 2 3 4। ਕਰਨਾ ਦੋਸਤੋ ਆਪਾਂ ਇੱਥੇ ਵੀ ਉਹੀ ਹੈ, ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਰਕਮ ਤਿਆਰ ਕਰਨੀ ਹੈ। ਵੱਡੀ ਤੋਂ ਵੱਡੀ ਰਕਮ ਤਿਆਰ ਕਰਨੀ, ਸਭ ਤੋਂ ਵੱਡੀ ਰਕਮ ਦੇਖਣੀ ਹੈ ਕਿਹੜੀ ਹੈ, ਇਸ ਵਿੱਚ ਕੀ ਹੈ 4, ਫਿਰ ਉਸ ਤੋਂ ਛੋਟੀ 3, ਫਿਰ ਉਸ ਤੋਂ ਛੋਟੀ 2, ਫਿਰ ਉਸ ਤੋਂ ਛੋਟੀ 1। ਤਾਂ ਸਭ ਤੋਂ ਵੱਡੀ ਰਕਮ ਜੋ ਸਾਡੇ ਕੋਲ ਇਹਨਾਂ 4 ਅੱਖਰਾਂ ਨੂੰ ਜੋੜ ਕੇ ਬਣਦੀ ਹੈ, ਅੰਕਾਂ ਨੂੰ ਜੋੜ ਕੇ, ਉਹ ਹੈ 4321 ਰੁਪਏ। ਇਸੇ ਤਰ੍ਹਾਂ ਹੀ ਜਦੋਂ ਆਪਾਂ ਛੋਟੀ ਰਕਮ ਲਿਖਾਂਗੇ, ਛੋਟੀ ਰਕਮ ਦੇ ਵਿੱਚ ਸਭ ਤੋਂ ਛੋਟੀ ਰਕਮ ਕਿਹੜੀ ਹੈ, ਅੰਕ ਸਭ ਤੋਂ ਛੋਟਾ ਅੰਕ ਹੈ 1, ਉਸ ਤੋਂ ਵੱਡਾ 2, ਉਸ ਤੋਂ ਵੱਡਾ 3, ਉਸ ਤੋਂ ਵੱਡਾ 4। ਸੋ ਇੱਥੇ ਆਪਾਂ ਦੇਖਿਆ ਕਿ ਜਦੋਂ ਆਪਾਂ ਸਭ ਤੋਂ ਛੋਟੀ ਰਕਮ ਤਿਆਰ ਕਰਨੀ ਹੈ, ਸਭ ਤੋਂ ਛੋਟਾ ਅੰਕ ਉਸ ਤੋਂ ਵੱਡਾ, ਉਸ ਤੋਂ ਵੱਡਾ, ਤਾਂ 2 ਰਕਮਾਂ ਸਾਡੇ ਕੋਲ ਤਿਆਰ ਹੋ ਗਈਆਂ ਹਨ। ਇੱਕ 4321 ਜੋ ਇਸ 4 ਅੰਕਾਂ ਨੂੰ ਜੋੜ ਕੇ ਬਣਦੀ ਹੈ ਵੱਡੀ ਤੋਂ ਵੱਡੀ ਰਕਮ, ਛੋਟੀ ਤੋਂ ਛੋਟੀ 1234 ਰੁਪਏ, ਜਿਹੜੀ ਇਹ 4 ਅੰਕਾਂ ਨੂੰ ਜੋੜ ਕੇ ਬਣਦੀ ਹੈ। ਇਸੇ ਤਰ੍ਹਾਂ ਹੀ ਅਗਲਾ ਸਵਾਲ ਦੇਖਾਂਗੇ। 5612। ਦੋਸਤੋ ਸਭ ਤੋਂ ਪਹਿਲਾਂ ਆਪਾਂ ਵੱਡੀ ਰਕਮ ਤਿਆਰ ਕਰਾਂਗੇ। ਸਭ ਤੋਂ ਵੱਡਾ ਅੰਕ ਚੱਕ ਲੈਂਦੇ ਹਾਂ 6, ਉਸ ਤੋਂ ਛੋਟਾ 5, ਉਸ ਤੋਂ ਛੋਟਾ 2, ਉਸ ਤੋਂ ਛੋਟਾ 1। ਇਹ ਸਾਡੀ ਸਭ ਵੱਡੀ ਤੋਂ ਵੱਡੀ ਰਕਮ ਤਿਆਰ ਹੋ ਗਈ। ਛੋਟੀ ਤੋਂ ਛੋਟੀ ਤਿਆਰ ਕਰਨੀ, ਸਭ ਤੋਂ ਛੋਟਾ ਅੰਕ 1, ਉਸ ਤੋਂ ਵੱਡਾ 2, ਉਸ ਤੋਂ ਵੱਡਾ 5, ਉਸ ਤੋਂ ਵੱਡਾ 6। ਇੱਕ ਚੀਜ਼ ਤੁਸੀਂ ਧਿਆਨ ਰੱਖਣੀ ਹੈ, ਜਦੋਂ ਤੁਸੀਂ ਵੱਡੀ ਤੋਂ ਵੱਡੀ ਰਕਮ ਦੇਖ ਰਹੇ ਹੋ ਤਾਂ ਅੰਕਾਂ ਦੀ ਅਵਸਥਾ ਘਟਦੇ ਕ੍ਰਮ ਵਿੱਚ ਦਿਖਣੀ ਹੈ। ਯਾਨੀ 6 ਤੋਂ ਬਾਅਦ ਘੱਟ 5 ਹੈ, 5 ਤੋਂ ਘੱਟ 2 ਹੈ, 2 ਤੋਂ ਘੱਟ 1 ਹੈ। ਜਦੋਂ ਤੁਸੀਂ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ ਉਦੋਂ ਤੁਸੀਂ ਵੱਧਦੀ ਅਵਸਥਾ ਦੇ ਵਿੱਚ ਪਹਿਲਾਂ 1, ਉਸ ਤੋਂ ਜ਼ਿਆਦਾ ਇੱਕ ਕੌਣ ਹੈ ਇੱਥੇ ਅੰਕ 2, ਉਸ ਤੋਂ ਵੱਡਾ 5, ਯਾਨੀ ਤੁਸੀਂ 6 ਪਹਿਲਾਂ ਨਹੀਂ ਲਿਖ ਸਕਦੇ। ਇਹ ਵੱਧਦੀ ਅਵਸਥਾ ਦੇ ਵਿੱਚ ਲਿਖਣਾ ਹੈ, ਇਹ ਘਟਦੀ ਅਵਸਥਾ ਦੇ ਵਿੱਚ। ਸੋ ਮੈਨੂੰ ਉਮੀਦ ਹੈ ਤੁਸੀਂ ਇਹ ਸਵਾਲ ਸਮਝ ਗਏ ਹੋਵੋਗੇ। ਜੋ ਅਗਲੇ 2 ਪ੍ਰਸ਼ਨ ਹਨ ਉਹ ਤੁਸੀਂ ਆਪਣੇ ਆਪ ਕਰਨੇ ਹਨ। ਹੁਣ ਅੱਗੇ ਆਪਾਂ ਦੇਖਦੇ ਹਾਂ ਦੋਸਤੋ, ਇਹ ਪ੍ਰਸ਼ਨ ਤੁਹਾਨੂੰ ਅੱਗੇ ਵੱਡੀਆਂ ਜਮਾਤਾਂ ਦੇ ਵਿੱਚ ਪੁੱਛੇ ਜਾਣਗੇ, ਜਿਸ ਦਾ ਅਭਿਆਸ ਕਰਨ ਲਈ ਇਹ ਕੁਐਸਚਨ ਤੁਹਾਨੂੰ ਇੱਥੇ ਦਿੱਤੇ ਗਏ ਹਨ।
ਸੋ ਇਹ ਕੁਐਸਚਨ ਲਈ ਤੁਹਾਡਾ ਦਿਮਾਗੀ ਵਿਕਾਸ ਬਹੁਤ ਜ਼ਿਆਦਾ ਹੋਵੇਗਾ। ਦੋਸਤੋ ਸਮਝੋ ਅਤੇ ਲਿਖੋ। ਪਹਿਲਾਂ ਹੀ ਇੱਥੇ ਲਿਖਿਆ ਹੋਇਆ ਵੀ ਇਸ ਚੀਜ਼ ਨੂੰ ਸਮਝੋ। ਪੇਪਰ ਦੇ ਵਿੱਚ ਇਹ ਕੁਐਸਚਨ ਦੇਖ ਕੇ ਤੁਸੀਂ ਹੈਰਾਨ ਨਹੀਂ ਹੋਣਾ ਵੀ ਇਸ ਵਿੱਚ ਨਾ ਜੋੜ ਨਾ ਘਟਾਓ, ਕੇਵਲ ਸਮਝਣ ਨੂੰ ਲਿਖਿਆ ਹੋਇਆ ਹੈ। ਤੁਸੀਂ ਇਹਨਾਂ ਰਕਮਾਂ ਦੀ ਅਵਸਥਾ ਦੇਖਣੀ ਹੈ। ਦੇਖੋ 110, 210, 310, 410 ਹਰ ਰਕਮ ਦੇ ਵਿੱਚ ਕਿੰਨੇ ਦਾ ਵਾਧਾ ਹੋ ਰਿਹਾ ਹੈ? 100 ਦਾ। ਇੱਥੇ ਵੀ 100 ਦਾ। ਸੋ ਹਰ ਆਪਾਂ ਇਸ ਨੂੰ ਚੈੱਕ ਕਿਵੇਂ ਕਰ ਸਕਦੇ ਹਾਂ? 210 ਮਾਈਨਸ 110 100 310 ਮਾਈਨਸ 210 ਕਿੰਨਾ ਆਉਂਦਾ ਹੈ? 100 410 ਮਾਈਨਸ 310 ਕਿੰਨਾ ਆਉਂਦਾ ਹੈ? 100। ਤਾਂ ਇਸ ਵਿੱਚ ਆਪਾਂ ਨੂੰ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਕਿ ਸਾਰਿਆਂ ਦਾ ਜੋ ਘਟਾਓ ਆਉਂਦਾ ਹੈ ਉਹ 100 ਆਉਂਦਾ ਹੈ। ਯਾਨੀ ਕਿ ਇਸ ਪਹਿਲੇ ਕ੍ਰਮ ਵਿੱਚ 100 ਹਰ ਸੰਖਿਆ ਨਾਲ ਜੁੜ ਰਿਹਾ ਹੈ। 110 ਨਾਲ 100 ਜੋੜ ਕੇ 210, 210 ਨਾਲ 100 ਜੋੜ ਕੇ 310, 310 ਨਾਲ 100 ਜੋੜ ਕੇ 410। ਸੋ ਅਗਲੀ ਸੰਖਿਆ ਹਾਸਲ ਕਰਨ ਲਈ ਆਪਾਂ ਨੂੰ ਕੀ ਕਰਨਾ ਹੋਵੇਗਾ? 410 ਪਲੱਸ 100। ਇਸ ਨੂੰ ਤੁਸੀਂ ਥੋੜੇ ਸੌਖੇ ਸ਼ਬਦਾਂ ਵਿੱਚ ਹੋਰ ਦੇਖ ਸਕਦੇ ਹੋ। एक सौ दस प्लस 100 210 210 प्लस 100 310 310 प्लस 100 410। इसी तरह ही 410 प्लस 2 होगा 510 510 प्लस 100 होगा 610। ਤਾਂ ਸਾਰੀਆਂ ਹੀ ਸੰਖਿਆਵਾਂ ਦੇ ਨਾਲ 100 ਜੋੜ ਕੇ ਆਪਾਂ ਨੇ ਇਸ ਪहेली ਨੂੰ ਹੱਲ ਕਰਨਾ ਹੈ। ਸਮਝੋ ਅਤੇ ਸਿੱਖੋ। ਕੀ ਸਮਝਿਆ? ਵੀ ਸਾਰਿਆਂ ਦੇ ਵਿੱਚ ਕਿੰਨੇ ਦਾ ਫਰਕ ਹੈ? 100 ਦਾ। ਤਾਂ ਅੱਗੇ ਵੀ ਕਿੰਨੇ ਦਾ ਫਰਕ ਹੋਵੇਗਾ? 100 ਦਾ। ਦੋਸਤੋ ਇਹਨਾਂ ਸਵਾਲਾਂ ਦੇ ਵਿੱਚ ਤੁਸੀਂ ਆਪਣੇ ਦਿਮਾਗ ਨੂੰ ਸੁਚੇਤ ਰੱਖਣਾ ਹੈ, ਤਾਂ ਹੀ ਇਹ ਜੋ ਸਵਾਲ ਹਨ ਤੁਸੀਂ ਹੱਲ ਕਰ ਸਕਦੇ ਹੋ। ਹੁਣ ਅਗਲਾ ਸਵਾਲ ਜੋ ਹੈ, ਅਗਲਾ ਸਵਾਲ ਜਦੋਂ ਤੁਸੀਂ ਪੜ੍ਹੋਗੇ ਤਾਂ ਤੁਸੀਂ ਇਸ ਦਾ ਉੱਤਰ ਆਪ ਮੁਹਾਰੇ ਹੀ ਲੱਭ ਲਓਗੇ। 2018 2019 2020 2021 ਕਿੰਨੇ ਦਾ ਫਰਕ ਹੈ? 1 ਦਾ। ਵੱਧਦੇ ਕ੍ਰਮ ਵਿੱਚ ਹੈ। ਇੱਥੇ 2022 23 24 25 ਇਹ ਤੁਸੀਂ ਆਪਣੇ ਆਪ ਲਿਖਣਾ ਹੈ। ਇਸੇ ਤਰ੍ਹਾਂ ਹੀ ਅਗਲਾ ਸਵਾਲ ਦੇਖਦੇ ਹਾਂ। ਇਸ ਵਿੱਚ ਦੋਸਤੋ ਤੁਸੀਂ ਕ੍ਰਮ ਦਾ ਪਤਾ ਕਿਵੇਂ ਕਰਨਾ ਹੈ ਵੀ ਕਿੰਨਾ ਜੁੜਨਾ ਹੈ ਕਿੰਨਾ ਘਟਾਉਣਾ ਹੈ। ਤਾਂ ਤੁਸੀਂ ਕਿਸੇ ਵੀ ਦੋ ਸੰਖਿਆਵਾਂ ਦਾ ਜੋੜ ਦੇਖਣਾ ਹੈ, ਜੋੜ ਜਾਂ ਘਟਾਓ। ਹੁਣ ਪਹਿਲੀਆਂ ਦੋ ਸੰਖਿਆਵਾਂ ਨੂੰ ਲੈਂਦੇ ਹਾਂ। ਪਹਿਲੀਆਂ ਦੋ ਸੰਖਿਆਵਾਂ ਦੇ ਵਿੱਚ ਇੱਕ ਸੰਖਿਆ 1220 ਹੈ, ਦੂਸਰੀ ਸੰਖਿਆ 1190 ਹੈ। ਘਟਾਉਣ ਤੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਵਿੱਚ ਜੋ ਅੰਤਰ ਹੈ ਉਹ ਕਿੰਨੇ ਦਾ ਹੈ? 30 ਦਾ। ਇਸੇ ਤਰ੍ਹਾਂ ਹੀ ਆਪਾਂ ਅਗਲੀਆਂ ਦੋ ਰਕਮਾਂ ਲੈਂਦੇ ਹਾਂ, 1190 ਤੇ 1160। ਦੋਨਾਂ ਨੂੰ ਘਟਾਓ ਕਰਨ ਤੇ ਪਤਾ ਲੱਗਿਆ ਵੀ ਜੋ ਫਰਕ ਹੈ ਉਹ ਕਿੰਨੇ ਦਾ ਹੈ? 30 ਦਾ। ਸੋ ਇਸੇ ਤਰ੍ਹਾਂ ਹੀ ਸਾਰੀਆਂ ਰਕਮਾਂ ਦੇ ਵਿੱਚ ਘੱਟ ਦੀ ਅਵਸਥਾ 30 ਦੀ ਹੋਵੇਗੀ। यानी 1220 जो 30 घटाए
1190 1190 ਚੋਂ 30 ਘਟਾਏ 1160 1160 ਚੋਂ 30 ਘਟਾਏ 1130। ਇਸੇ ਤਰ੍ਹਾਂ ਹੀ ਅਗਲੀ ਰਕਮ ਕੀ ਹੋਵੇਗੀ 1130 ਚੋਂ 30 ਘਟਾਉਣ ਤੋਂ ਬਾਅਦ 1100 ਕੀ ਬਚੇਗਾ 1100। 1100 ਚੋਂ 30 ਘਟਾਉਣ ਤੋਂ ਬਾਅਦ 1070 1070 ਚੋਂ 30 ਘਟਾਉਣ ਤੋਂ ਬਾਅਦ 1040 1040 ਤੋਂ 30 ਘਟਾਉਣ ਤੋਂ ਬਾਅਦ 1000। ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਰਕਮਾਂ ਦਾ ਹੱਲ ਕੱਢ ਲੈਣਾ ਹੈ। ਅਗਲੇ ਜਿਹੜੇ ਦੋ ਪ੍ਰਸ਼ਨ ਹਨ ਇਹ ਤੁਸੀਂ ਆਪਣੇ ਆਪ ਹੱਲ ਕਰਨੇ ਹਨ। ਸੋ ਦੋਸਤੋ ਸਮਝੋ ਅਤੇ ਸਿੱਖੋ ਜਿਹੜੇ ਇਹ ਸਵਾਲ ਹਨ ਇਹ ਕਿਸੇ ਵੀ ਤਰ੍ਹਾਂ ਦੇ ਆ ਸਕਦੇ ਹਨ। ਜੋੜ ਘਟਾਓ ਭਾਗ ਗੁਣਾ ਕਿਸੇ ਵੀ ਤਰ੍ਹਾਂ ਨਾਲ ਇਹ ਤੁਹਾਨੂੰ ਕ੍ਰਮ ਸਮਝਣੇ ਪੈ ਸਕਦੇ ਹਨ। ਸੋ ਬੜੇ ਹੀ ਧਿਆਨ ਨਾਲ ਇਹ ਤੁਸੀਂ ਸਾਰੇ ਸਵਾਲ ਕਰਨੇ ਹਨ। ਦਿੱਤੀਆਂ ਸੰਖਿਆਵਾਂ ਦਾ ਨੇੜੇ ਦੀ ਦਹਾਈ ਅਤੇ ਸੈਂਕੜੇ ਵਿੱਚ ਨਿਕਟੀਕਰਨ ਕਰੋ। 96 ਦੇ ਨੇੜੇ ਦੇਖੋ ਦੋਸਤੋ 1 2 3 4 5 6 7 8 9 10 ਆਪਣੇ ਕੋਲ 10 ਅੰਕ ਹਨ। 10 ਅੰਕਾਂ ਨੂੰ ਆਪਾਂ 5 ਹਿੱਸਿਆਂ ਵਿੱਚ ਵੰਡਦੇ ਹਾਂ। ਯਾਨੀ 2 ਹਿੱਸਿਆਂ ਵਿੱਚ ਵੰਡਦੇ ਹਾਂ। 5 ਅੰਕ ਇੱਕ ਪਾਸੇ ਆਉਂਦੇ ਹਨ 5 ਅੰਕ ਇੱਕ ਪਾਸੇ ਆਉਂਦੇ ਹਨ। ਜਦੋਂ ਆਪਾਂ x ਤੇ y ਦੇ ਵਿੱਚ ਦੇਖਦੇ ਹਾਂ ਉਸ ਵਿੱਚ ਵੀ ਆਪਾਂ x ਤੇ y ਕੋਆਰਡੀਨੇਟ ਦਾ ਦੇਖਦੇ ਹਾਂ ਸਵਾਲ ਦੇਖਦੇ ਹਾਂ। ਚਲੋ ਇਹ ਸਵਾਲ ਤੁਹਾਨੂੰ ਅਜੇ ਵੱਡੀਆਂ ਜਮਾਤਾਂ ਵਿੱਚ ਆਉਣਗੇ ਤਾਂ ਆਪਾਂ ਇਸ ਨੂੰ ਹਜੇ ਸ਼ੁਰੂ ਨਹੀਂ ਕਰਦੇ। ਸੋ ਕਿਸੇ ਵੀ ਰਕਮ ਦੇ 10 ਅੰਕਾਂ ਨੂੰ ਆਪਾਂ 2 ਹਿੱਸਿਆਂ ਵਿੱਚ ਵੰਡਦੇ ਹਾਂ। ਸੋ ਹੁਣ ਸਵਾਲ ਨੂੰ ਧਿਆਨ ਨਾਲ ਪੜੋ। ਦਿੱਤੀਆਂ ਸੰਖਿਆਵਾਂ ਦਾ ਨੇੜੇ ਦੀ ਦਹਾਈ ਜਾਂ ਸੈਂਕੜੇ ਵਿੱਚ ਨਿਕਟੀਕਰਨ ਕਰੋ। ਹੁਣ 96 ਆਪਾਂ ਨੇ ਇਸ ਵਿੱਚ ਜਿਹੜਾ ਅਖੀਰਲਾ ਅੱਖਰ ਹੈ ਉਹ ਦੇਖਣਾ ਹੈ ਵੀ ਉਹ ਕਿਸ ਤਰਫ ਆਉਂਦਾ ਹੈ। ਹੁਣ 6 ਦੂਸਰੇ ਪਾਸੇ ਆਉਂਦਾ ਹੈ ਤਾਂ ਇਹ 10 ਦੇ ਜ਼ਿਆਦਾ ਨਿਕਟ ਹੈ ਤਾਂ ਨਿਕਟੀਕਰਨ ਕੀ ਹੋਵੇਗਾ। 96 ਤੋਂ ਬਾਅਦ ਕੀ ਰਕਮ ਆਉਂਦੀ ਹੈ 97 98 99 ਤੇ 100 ਤਾਂ ਨਿਕਟੀਕਰਨ ਕੀ ਹੋਇਆ ਇਸ ਦਾ +4 100। ਇਸੇ ਤਰ੍ਹਾਂ ਹੀ 209 ਦੇ ਵਿੱਚ ਅਖੀਰਲੀ ਰਕਮ ਕੀ ਹੈ 9 ਦੇ ਸਭ ਤੋਂ ਨਿਕਟ ਕੀ ਹੈ 10 ਹੈ ਨਾ ਤਾਂ ਇਸ ਦਾ ਨਿਕਟੀਕਰਨ ਕੀ ਹੋਊਗਾ 209 + 1 ਬਰਾਬਰ ਹੈ 210। 652 ਹੁਣ ਅਖੀਰਲਾ ਅੱਖਰ 2 ਹੈ 2 ਕਿਸ ਦੇ ਨਜ਼ਦੀਕ ਹੈ 1 ਦੇ यानी इसनों ਆਪਾਂ ਘਟਦੇ ਕ੍ਰਮ ਵਿੱਚ ਲਿਖਣਾ ਹੈ। 652 ਤੋਂ ਪਹਿਲਾਂ ਕੀ ਹੈ 651 ਉਸ ਤੋਂ ਪਹਿਲਾਂ ਕੀ ਹੈ 650 ਤਾਂ 652 ਨੂੰ ਆਪਾਂ ਕਿਸ ਤਰ੍ਹਾਂ ਲਿਖਾਂਗੇ -2 ਬਰਾਬਰ ਹੈ 650। ਅਗਲੇ ਦੋ ਸਵਾਲ ਤੁਸੀਂ ਆਪ ਕਰਨੇ ਹਨ। ਸੋ ਦੋਸਤੋ ਇਸ ਤਰ੍ਹਾਂ ਆਪਾਂ ਸੰਖਿਆ ਦੇ ਵਿੱਚ ਕਿਸ ਤਰ੍ਹਾਂ ਨਿਕਟੀਕਰਨ ਕਰਨਾ ਹੈ ਇਕਾਈ ਦਾ ਦਿਹਾਈ ਦਾ ਸੈਂਕੜੇ ਦਾ ਉਹ ਸਿੱਖਿਆ। ਦੋਸਤੋ ਹੁਣ
ਖਾਲੀ ਥਾਵਾਂ। ਇੱਕ ਅੰਕ ਵਾਲੀ ਛੋਟੀ ਤੋਂ ਛੋਟੀ ਸੰਖਿਆ। ਦੋਸਤੋ ਕੇਵਲ 0 ਨੂੰ ਆਪਾਂ ਇਕੱਲਾ ਨਹੀਂ ਲਿਖ ਸਕਦੇ। ਸੋ ਇੱਥੇ ਸਭ ਤੋਂ ਛੋਟੀ ਇੱਕ ਅੰਕ ਯਾਨੀ ਕਿ ਆਪਾਂ ਨੇ ਇੱਕ ਵਰਤਣਾ ਹੈ। ਸਭ ਤੋਂ ਛੋਟੀ ਸੰਖਿਆ ਕੀ ਬਣਦੀ ਹੈ? ਹੁਣ 2 ਅੰਕਾਂ ਵਾਲੀ। ਜੇ ਆਪਾਂ ਇਸ ਤਰ੍ਹਾਂ ਲਿਖ ਦਿੰਦੇ ਹਾਂ ਤਾਂ ਇਹ ਸੰਖਿਆ ਵਾਜਿਬ ਨਹੀਂ ਹੈ, ਕਿਉਂਕਿ ਆਪਾਂ 0 ਨੂੰ ਸਾਹਮਣੇ ਨਹੀਂ ਲਿਖ ਸਕਦੇ। ਤਾਂ ਇਸ ਨੂੰ ਆਪਾਂ ਨੇ ਕਿਸ ਤਰ੍ਹਾਂ ਲਿਖਣਾ ਹੈ? 1 0। ਤਾਂ ਸਭ ਤੋਂ ਛੋਟੀ ਜੋ 2 ਰਕਮਾਂ ਵਾਲੀ ਸੰਖਿਆ ਹੈ ਉਹ ਕਿਹੜੀ ਹੈ? 10। 3 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ, ਸਭ ਤੋਂ ਛੋਟਾ ਅੰਕ 1 ਹੈ, ਤਾਂ 1 ਦੇ ਮੂਹਰੇ ਆਪਾਂ 3 0 ਲਾ ਦਾਂਗੇ। ਸੌਰੀ 2 0, ਕਿਉਂਕਿ ਅੰਕ 3 ਬਣਾਉਣੇ ਹਨ। 4 ਅੰਕਾਂ ਵਾਲੀ 1 ਦੇ ਨਾਲ 3 0 ਇੱਕ ਖੁਦ ਆਪ 3 0 ਟੋਟਲ ਕਿੰਨੇ ਹੋਏ? 4। 5 ਅੰਕਾਂ ਵਾਲੀ ਆਪਾਂ ਬਣਾਵਾਂਗੇ 1 ਦੇ ਨਾਲ 4 0, ਤਾਂ ਕੁੱਲ ਅੰਕ ਕਿੰਨੇ ਹੋਏ? 5। 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕੀ ਹੋਏਗੀ? 1 ਦੇ ਨਾਲ 5 0। ਦੋਸਤੋ ਇਸੇ ਤਰ੍ਹਾਂ ਹੀ ਆਪਾਂ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਵੀ ਬਣਾ ਸਕਦੇ ਹਾਂ। ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ। ਵੱਡੀ ਸੰਖਿਆ ਸਭ ਤੋਂ ਕਿਹੜੀ ਹੈ? ਇੱਕ ਅੰਕ ਦੀ ਸਭ ਤੋਂ ਵੱਡੀ ਸੰਖਿਆ ਕਿਹੜੀ ਹੈ? 9 ਹੈ। 2 ਅੰਕਾਂ ਦੀ ਸਭ ਤੋਂ ਵੱਡੀ ਦੂਜਾ ਅੰਕ ਵੀ ਆਪਾਂ ਨੂੰ ਇੱਥੇ 9 ਲੈਣਾ ਪਵੇਗਾ। 3 ਅੰਕਾਂ ਦੀ, 4 ਅੰਕਾਂ ਦੀ, 5 ਅੰਕਾਂ ਦੀ। ਇਹ ਤੁਸੀਂ ਆਪਣੇ ਆਪ ਕਰਨਾ ਹੈ ਤੇ ਮੈਨੂੰ ਕਮੈਂਟ ਵਿੱਚ ਦੱਸਣਾ ਹੈ। ਸੋ ਬੱਚਿਓ ਇੱਥੇ ਤੱਕ ਆਪਾਂ ਨੇ ਪੜ੍ਹਿਆ ਕਿ ਅੰਕ ਕੀ ਹੁੰਦੇ ਹਨ, ਅੰਕਾਂ ਦੇ ਵਿੱਚ ਵਿਸਤ੍ਰਿਤ ਰੂਪ ਕਿਵੇਂ ਲਿਖਣਾ ਹੈ, ਸਥਾਨਿਕ ਮੁੱਲ, ਇਕਾਈ, ਦਹਾਈ, ਸੈਂਕੜਾ। ਸੋ ਇਹਨਾਂ ਸਾਰਿਆਂ ਦੇ ਵਿੱਚ ਕਿਸੇ ਬੱਚੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਮੈਂਟ ਦੇ ਵਿੱਚ ਪੁੱਛ ਸਕਦਾ ਹੈ। ਧੰਨਵਾਦ।